वाहिगुरु जी का खालसा वाहिगुरु जी की फतेह। गुरु कलगीधर पातशाह गोबिंद राय के रूप विच मां गुजरी ਅਤੇ ਹੋਰ ਪਰਿਵਾਰ ਦੇ ਮੈਂਬਰਾਂ ਦੇ ਸਮੇਤ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਦਰਬਾਰ ਲੱਗਿਆ ਹੋਇਆ। ਸਿੱਖ ਸੰਗਤਾਂ ਨੇ ਆ ਕੇ ਮੱਥਾ ਟੇਕਿਆ, ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ। ਇਹਨਾਂ ਵਿੱਚੋਂ ਜਦੋਂ ਗੋਬਿੰਦ ਰਾਏ ਜੀ ਮੱਥਾ ਟੇਕਣ ਲੱਗੇ ਤੇ ਹਜ਼ੂਰ ਨੇ ਇੱਕ ਪਲ ਰੋਕ ਦਿੱਤਾ। ਕਹਿਣ ਲੱਗੇ, ਇੱਕ ਸਵਾਲ ਹੈ, ਕੀ ਸਮਝ ਕੇ ਮੱਥਾ ਟੇਕਣ ਲੱਗੇ ਹੋ? ਹੁਣ ਉਹਨਾਂ ਦੇ ਸਾਹਮਣੇ ਦੋ ਰਿਸ਼ਤੇ ਨੇ। ਬਾਕੀਆਂ ਲਈ ਇੱਕ ਰਿਸ਼ਤਾ ਹੈ ਗੁਰੂ ਅਤੇ ਸਿੱਖ ਵਾਲਾ, ਪਰ ਇਹਨਾਂ ਦੇ ਸਾਹਮਣੇ ਦੋ ਰਿਸ਼ਤੇ ਨੇ। ਇੱਕ ਪਿਤਾ ਤੇ ਪੁੱਤਰ ਵਾਲਾ ਰਿਸ਼ਤਾ ਹੈ, ਯਾਦ ਰੱਖਿਓ, ਇੱਕ ਗੁਰੂ ਤੇ ਸਿੱਖ ਵਾਲਾ ਰਿਸ਼ਤਾ ਵੀ ਹੈ। ਹੁਣ ਗੁਰੂ ਘਰ ਦੇ ਵਿੱਚ ਜਿਤਨੇ ਵੀ ਰਿਸ਼ਤੇ ਨੇ, ਸਨਮਾਨ ਸਤਿਕਾਰ ਸਾਰਿਆਂ ਦਾ ਹੈ, ਕੋਈ ਦੋਰਾਵਾ ਨਹੀਂ। ਪਰ ਇੱਕ ਜਿਹੜੀ ਅਹਿਮੀਅਤ ਹੈ ਉਹ ਸਰੀਰਕ ਰਿਸ਼ਤਿਆਂ ਤੋਂ ਉੱਚੇ ਉੱਠ ਕੇ ਉਹ ਹੈ ਗੁਰੂ ਅਤੇ ਸਿੱਖ ਵਾਲੀ ਸਾਂਝ। ਕਿਉਂਕਿ ਇਸ ਰਿਸ਼ਤੇ ਦੇ ਵਿੱਚ ਕੋਈ ਵਿਕਾਰ ਨਹੀਂ ਹੁੰਦਾ। ਜਿਹੜੇ ਸਰੀਰਕ ਰਿਸ਼ਤੇ ਨੇ ਉਹਨਾਂ 'ਚ ਕਈ ਤਰ੍ਹਾਂ ਦੇ ਵਿਕਾਰ ਵੀ ਖਲੋਤੇ ਨੇ। ਲੋਭ ਹੈ, ਮਮਤਾ ਹੈ, ਮੋਹ ਹੈ, ਇਤਿਆਦਿਕ ਕਈ ਪੱਖ ਐਸੇ ਨੇ ਸਰੀਰਕ ਰਿਸ਼ਤਿਆਂ 'ਚ। ਪਰ ਜਿਹੜੀ ਇੱਕ ਸੱਚੀ ਮੁਹੱਬਤ ਤੇ ਸੱਚੀ ਪ੍ਰੀਤ ਪੈ ਸਕਦੀ ਹੈ ਉਹ ਗੁਰੂ ਅਤੇ ਸਿੱਖ ਦੇ ਰਿਸ਼ਤੇ 'ਚ ਹੈ। ਇਹ 'ਚ ਵਿਕਾਰ ਕੋਈ ਨਹੀਂ ਹੁੰਦਾ। ਇਹ ਗੱਲ ਚੇਤੇ ਰੱਖਣ ਵਾਲੀ ਹੈ। ਹੁਣ ਗੁਰੂ ਨਾਲ ਦੋ ਰਿਸ਼ਤੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਸਵਾਲ ਕਰ ਦਿੱਤਾ। ਕਹਿਣ ਲੱਗੇ, ਤੁਸੀਂ ਗੋਬਿੰਦ ਰਾਏ ਕੀ ਸਮਝ ਕੇ ਮੱਥਾ ਟੇਕਣ ਲੱਗੇ ਹੋ? ਹੁਣ ਉਸ ਵੇਲੇ ਗੋਬਿੰਦ ਰਾਏ ਜੀ ਨੇ ਮਾਂ ਕੋਲੋਂ ਗੁਰਬਾਣੀ ਅਤੇ ਗੁਰਮਤਿ ਦੀਆਂ ਸਿੱਖਿਆਵਾਂ ਆਪਣੇ ਅੰਦਰ ਧਾਰਨ ਕੀਤੀਆਂ ਹੋਈਆਂ ਸਨ। ਯਾਦ ਰੱਖਿਓ ਜੇ 1672 ਦਾ ਸਮਾਂ, ਮੈਂ ਇੱਕ ਵਾਰੀ ਫਿਰ ਦੁਬਾਰੇ ਬੇਨਤੀ ਕਰਦੇ ਹਾਂ। ਹੁਣ ਉਹਨਾਂ ਨੇ ਆਪਣੀ ਮਾਂ ਦੀਆਂ ਸਿਖਾਈਆਂ ਹੋਈਆਂ ਸਿੱਖਿਆਵਾਂ ਅਤੇ ਗੁਰਮਤਿ ਦੀ ਸਮੁੱਚੀ ਵਿਚਾਰਧਾਰਾ ਨੂੰ ਸਮਝਦਿਆਂ ਹੋਇਆਂ ਮੱਥਾ ਟੇਕਣ ਤੋਂ ਪਹਿਲਾਂ ਆਨੰਦ ਸਾਹਿਬ ਦੀ ਬਾਣੀ ਦੀ ਇੱਕ ਪੰਕਤੀ ਬੋਲੀ। ਪਹਿਲੀ ਪੌੜੀ ਦਾ ਪਾਠ ਕੀਤਾ, ਇਉਂ ਕਹਿ ਲਓ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਉਹ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹੁਣ ਇਹ ਸਮੁੱਚੇ ਸ਼ਬਦ ਵਿੱਚ ਸਰੀਰਕ ਰਿਸ਼ਤੇ ਦੀ ਗੱਲ ਨਹੀਂ ਹੈ। ਇਹ ਸਮੁੱਚੇ ਸ਼ਬਦ ਵਿੱਚ ਆਨੰਦ ਸਾਹਿਬ ਦੀ ਪਹਿਲੀ ਪੌੜੀ 'ਚ ਜਦੋਂ ਇੱਕ ਸਿੱਖ ਗੁਰੂ ਦੇ ਦਰਸ਼ਨ ਕਰਕੇ ਜੋ ਪ੍ਰਾਪਤ ਕਰਦਾ ਹੈ, ਅੰਦਰੂਨੀ ਦੁਨੀਆ ਵਿੱਚੋਂ ਨਿਕਲੇ ਹੋਏ ਧੰਨਵਾਦ ਦੇ ਅਲਫਾਜ਼, ਧੰਨਵਾਦ ਦੇ ਸ਼ਬਦ ਨੇ ਉਹ ਜਿਹੜੇ ਇਸ ਪਹਿਲੀ ਪੌੜੀ ਵਿੱਚ ਉਸ ਅਧਿਆਤਮਕ ਅਵਸਥਾ ਨੂੰ ਬਿਆਨ ਕਰਦੇ ਨੇ। ਹੁਣ ਸਪਸ਼ਟ ਹੈ ਗੁਰੂ ਗੋਬਿੰਦ ਰਾਏ ਨੇ ਪਿਤਾ ਜੀ ਨੂੰ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੱਥਾ ਟੇਕਿਆ, ਅਸੀਸ ਪ੍ਰਾਪਤ ਕੀਤੀ। ਹੁਣ ਇਹ ਬਿਲਕੁਲ ਸਪਸ਼ਟ ਹੋ ਗਿਆ ਸੀ ਬਈ ਇਸ ਗੁਰਗੱਦੀ ਤੇ ਬੈਠੇ ਗੁਰੂ ਨੂੰ ਪਿਓ ਦੀ ਅੱਖ ਨਾਲ ਨਹੀਂ ਦੇਖਣਾ, ਇਹਨੂੰ ਗੁਰੂ ਵਾਲੀ ਅੱਖ ਨਾਲ ਦੇਖਣਾ ਹੈ। ਪਿਓ ਦਾ ਰਿਸ਼ਤਾ ਇੱਕ ਗੱਲ ਵੱਖਰੀ ਹੈ, ਪਰ ਇੱਥੇ ਰਿਸ਼ਤਾ ਗੁਰੂ ਵਾਲਾ ਹੈ। ਇਹ ਗੱਲ ਸੁਭਾਵਿਕ ਪੱਲੇ ਬੰਨ ਲਈ। ਹੁਣ ਅਗਲੀ ਗੱਲ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲੰਮੀਆਂ ਯਾਤਰਾਵਾਂ ਕੀਤੀਆਂ ਸਨ। ਦੂਜਾ ਮੁਗਲ ਕਾਲ ਜਿਹੜਾ ਹੈ ਉਹ ਬਾਬਰ ਦੇ ਵੇਲੇ ਤੋਂ ਸ਼ੁਰੂ ਹੋਇਆ
ਔਰੰਗਜ਼ੇਬ ਦੇ ਵੇਲੇ ਤੱਕ ਪਹੁੰਚ ਚੁੱਕਾ ਹੋਇਆ। ਇਹ ਵੀ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਸ਼ੁਰੂ ਹੋਇਆ ਸੀ ਤੇ ਸਮੁੱਚੇ ਹਾਲਾਤ ਦੇਸ਼ ਦੇ, ਧਰਮਾਂ ਦੇ, ਧਰਮੀ ਲੋਕਾਂ ਦੇ, ਉਹ ਸਾਰੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਿਲਕੁਲ ਸਨਮੁਖ ਨੇ, ਸਾਹਮਣੇ ਨੇ, ਕੋਈ ਦੋਰਾਵਾ ਨਹੀਂ। ਉਹਨਾਂ ਨੇ ਆਪਣੇ ਪੁੱਤਰ ਦੀ ਤਿਆਰੀ, ਗੋਬਿੰਦ ਰਾਏ ਦੀ ਤਿਆਰੀ ਉਸ ਢੰਗ ਨਾਲ ਕਰਵਾਉਣੀ ਸ਼ੁਰੂ ਕੀਤੀ। ਦੇਖੋ ਇੱਥੇ ਦੋ ਗੱਲਾਂ ਹੋਰ ਸਮਝ ਲਈਏ, ਬੜੀਆਂ ਪਿਆਰੀਆਂ ਨੇ। ਜਿੰਨਾ ਚਿਰ ਉਹ ਗੁਜਰੀ ਜੀ, ਮਾਂ ਗੁਜਰੀ ਜੀ ਕੋਲ ਰਹੇ, ਉਹਨਾਂ ਚਿਰ ਉਹਨੇ ਲੱਗਦੀ ਬਾਹ ਹਰ ਫਰਜ਼ ਪੂਰਾ ਕੀਤਾ। ਇੱਕ ਮਾਂ ਵਾਲੇ ਜੋ ਫਰਜ਼ ਨੇ, ਉਹਨਾਂ ਨੇ ਹਰ ਇੱਕ ਫਰਜ਼ ਨੂੰ ਪੂਰਾ ਕੀਤਾ। ਗੁਰਬਾਣੀ ਸਿਖਾਉਣੀ, ਸਾਖੀਆਂ ਸੁਣਾਉਣੀਆਂ, ਚੰਗੀਆਂ ਗੱਲਾਂ ਦੱਸਣੀਆਂ, ਬੱਚਿਆਂ ਨਾਲ ਮਿਲਣ ਵਰਤਣ ਦੀ ਗੱਲ, ਗੁਰੂ ਦੇ ਇਤਿਹਾਸ ਤੋਂ ਜਾਣੋ, ਇਹ ਸਭ ਕੁਝ ਮਾਂ ਨੇ ਆਪਣੇ ਵੱਲੋਂ ਫਰਜ਼ ਨਿਭਾਉਂਦਿਆਂ ਪੂਰਾ ਕਰ ਦਿੱਤਾ ਹੈ। ਹੁਣ ਇਸ ਤੋਂ ਅਗਲੇਰੀ ਦੁਨੀਆ ਪਿਤਾ ਤੋਂ ਸ਼ੁਰੂ ਹੋਇਆ ਕਰਦੀ ਹੈ ਤੇ ਪਿਤਾ ਜੀ ਨੇ ਵੀ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੱਲ ਚੰਗੀ ਤਰ੍ਹਾਂ ਸਮਝ ਲਈ ਹਾਲਾਤਾਂ ਨੂੰ ਜਾਣ ਕੇ, ਮੈਨੂੰ ਆਪਣੇ ਪੁੱਤਰ ਦੀ ਤਿਆਰੀ ਕਿਵੇਂ ਦੀ ਕਰਵਾਉਣੀ ਚਾਹੀਦੀ ਹੈ। ਇੱਕ ਗੱਲ ਇੱਥੋਂ ਸਿੱਖਿਆ ਦੀ ਹੋਰ ਲੈਣੀ ਚਾਹੀਦੀ ਹੈ ਭਈ ਬਹੁਤ ਵਾਰੀ ਮਾਪੇ ਮੋਹ ਮਮਤਾ ਦੇ ਅਧੀਨ ਆਪਣੇ ਬੱਚਿਆਂ ਦੀਆਂ ਖੇਚਲਾਂ, ਆਪਣੇ ਬੱਚਿਆਂ ਦੀਆਂ ਮੁਸ਼ਕਲਾਂ ਘਟਾ ਦਿੰਦੇ ਨੇ। ਔਰ ਯਕੀਨ ਕਰਕੇ ਜਾਣਿਓ, ਇਹੋ ਜਿਹੀਆਂ ਕਸਵੱਟੀਆਂ ਤੇ ਨਾ ਪਰਖੇ ਹੋਏ ਹੋਣ ਕਰਕੇ ਕੱਲ੍ਹ ਬੱਚੇ ਆਪਣੀ ਜ਼ਿੰਦਗੀ ਦੇ ਵਿੱਚ ਪੂਰੇ ਪੈਰ ਨਹੀਂ ਲਾ ਪਾਉਂਦੇ। ਉਹ ਹਮੇਸ਼ਾ ਬਾਹਰ ਜਾ ਕੇ ਵੀ ਆਪਣੇ ਘਰੋਗੀ ਮਾਹੌਲ ਨੂੰ ਹੀ ਸਾਰੇ ਪਾਸੇ ਦੇਖਣਾ ਚਾਹੁੰਦੇ ਨੇ, ਪਰ ਉਸ ਤਰ੍ਹਾਂ ਦਾ ਮਾਹੌਲ ਕਦੇ ਮਿਲਿਆ ਨਹੀਂ ਕਰਦਾ। ਵਕਤ ਦੀਆਂ ਕਸਵੱਟੀਆਂ, ਵਕਤ ਦੀਆਂ ਮੁਸ਼ਕਲਾਂ ਸਮੇਂ ਦੇ ਹਾਣੀ ਬਣਾ ਦਿੰਦੀਆਂ ਨੇ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪੁੱਤ ਨੂੰ ਇਕਲੌਤਾ ਪੁੱਤ ਹੋਣ ਦੇ ਨਾਤੇ ਮੋਹ ਮਮਤਾ ਦੀਆਂ ਨਜ਼ਰਾਂ ਨਾਲ ਪਾਲਣ ਦੀ ਬਜਾਏ ਉਹਨਾਂ ਨੂੰ ਪੂਰਨ ਤੌਰ 'ਤੇ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ। ਹਥਿਆਰ ਵਿਦਿਆ ਲਈ ਇੱਕ ਬੜਾ ਚੁਸਤ, ਚਲਾਕ, ਸਿਆਣਾ, ਦਾਨਾ ਬੱਜਰ ਸਿੰਘ ਗੁਰੂ ਕਾ ਸਿੱਖ ਸੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸ ਗੱਲ ਦੀ ਪਰਖ ਸੀ, ਕਿਉਂਕਿ ਉਹ ਖੁਦ ਹੀ 13 ਸਾਲ ਦੀ ਉਮਰ 'ਚ ਐਡੀ ਵਧੀਆ ਤੇਗ ਚਲਾਉਂਦੇ ਸਨ। ਪਿਤਾ ਨੇ ਉਹਨਾਂ ਨੂੰ ਸੀਨੇ ਨਾਲ ਲਾ ਕੇ ਇੱਕ ਗੱਲ ਕਹੀ ਸੀ, ਅੱਜ ਮੈਂ ਤੈਨੂੰ ਤੇਗ ਬਹਾਦਰ ਕਹਿਣ 'ਤੇ ਬੜਾ ਮਾਣ ਮਹਿਸੂਸ ਕਰਦਾ। ਕਰਤਾਰਪੁਰ ਸਾਹਿਬ ਦੀ ਜੰਗ ਵਿੱਚ ਤੁਸੀਂ ਸੋਚ ਕੇ ਦੇਖੋ, ਜਿਹੜਾ ਖੁਦ ਹੀ ਤੇਗ ਬਹਾਦਰ ਹੋਵੇ, ਜਿਹੜਾ ਖੁਦ ਹੀ ਆਪਣੇ ਪਿਤਾ ਤੋਂ ਅਸੀਸਾਂ ਲਈਆਂ ਹੋਣ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜ਼ਿੰਦਗੀ ਇੱਕ ਅਜੀਬ ਜ਼ਿੰਦਗੀ ਹੈ, ਤੁਸੀਂ ਚੇਤੇ ਰੱਖਿਓ। ਉਹ ਪੁੱਤ ਵੀ ਗੋਬਿੰਦ ਦੇ ਨੇ, ਗੁਰੂ ਹਰਗੋਬਿੰਦ ਸਾਹਿਬ ਜੀ, ਤੇ ਬਾਪ ਵੀ ਗੋਬਿੰਦ ਦੇ ਨੇ, ਗੁਰੂ ਗੋਬਿੰਦ ਸਿੰਘ ਜੀ। ਦੋਨੇ ਪਾਸੇ ਗੋਬਿੰਦ ਹੈ। ਜਦੋਂ ਉਹ ਪੁੱਤ ਨੇ ਤੇ ਪੁੱਤ ਵੀ ਗੋਬਿੰਦ ਦੇ, ਜਦੋਂ ਬਾਪ ਨੇ ਤੇ ਬਾਪ ਵੀ ਗੋਬਿੰਦ ਦੇ। ਖੈਰ ਰੋ ਵਿਚਾਰ, ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਸੀ, ਹੁਣ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ, ਚੰਗੀ ਤਰ੍ਹਾਂ ਇਲਮ ਹੈ, ਤੇ ਉਹਨਾਂ ਨੇ ਆਪਣੇ ਪੁੱਤਰ ਦੇ ਹਥਿਆਰ ਵਿਦਿਆ ਦੇ ਲਈ ਚੰਗੀ ਤਰ੍ਹਾਂ ਨਿਪੁੰਨ ਕਰਨ ਵਾਸਤੇ, ਹਰ ਗੱਲੋਂ ਨੁਕਤਿਆਂ ਤੋਂ ਜਾਣੂ ਕਰਵਾਉਣ ਵਾਸਤੇ ਭਾਈ ਬੱਜਰ ਸਿੰਘ ਦੀ ਡਿਊਟੀ ਲਾਈ ਵੀ ਤੁਸੀਂ ਇਹਨਾਂ ਨੂੰ ਇਸ ਹਰ ਗੱਲ ਤੋਂ ਘੋੜ ਸਵਾਰੀ, ਤੀਰ ਅੰਦਾਜ਼ੀ, ਕਿਰਪਾਨ ਦੇ ਗੁਣ, ਖੰਜਰ ਕਿਵੇਂ ਚਲਾਉਣਾ ਹੈ, ਨੇਜਾ ਕਿਵੇਂ ਚਲਾਉਣਾ ਹੈ, ਇਤਿਆਦਿਕ ਸਾਰੀਆਂ ਗੱਲਾਂ ਤੋਂ ਜਾਣੂ ਕਰਵਾਉਣ ਲਈ ਚੁਣਿਆ ਗਿਆ। ਦੂਜੀ ਗੱਲ, ਤੇ ਇਹ ਗੱਲ ਤਾਂ ਕਹਿੰਦੀ ਮੂੰਹ ਸਵਾਦ ਜਿਹਾ ਹੋ ਜਾਂਦਾ ਹੈ, ਅੰਦਰ ਆਨੰਦ ਜਿਹਾ ਆ ਜਾਂਦਾ ਹੈ। ਭਾਈ ਮਨੀ ਸਿੰਘ ਦੀ ਜ਼ਿੰਦਗੀ ਕਮਾਲ। ਭਾਈ ਮਨੀ ਸਿੰਘ ਤੇ ਭਾਈ ਦਰਗਾਹ ਮੱਲ, ਇਹਨਾਂ ਦੋਨਾਂ ਦੀ ਡਿਊਟੀ ਸੀ ਵੀ ਤੁਸੀਂ ਗੁਰਬਾਣੀ ਦੇ ਗੁੱਝੇ ਭੇਦ ਹਰ ਇੱਕ ਪੱਖ ਤੋਂ ਸਾਂਝੇ ਕਰਨੇ ਨੇ, ਤੇ ਉਹ ਵੀ ਆਪਣੀ ਸੇਵਾ ਬੜੀ ਦਿਆਨਤਦਾਰੀ ਨਾਲ ਨਿਭਾ ਰਹੇ ਸਨ। ਇੱਕ ਕਾਜੀ ਪੀਰ ਮੁਹੰਮਦ ਬਹੁਤ ਦਾਨਾ ਪ੍ਰਦਾਨਾ, ਇਹ ਹੁਸ਼ਿਆਰਪੁਰ ਦਾ ਵਾਸੀ ਸੀ। ਇਹਦਾ ਵੀ ਚੰਗਾ ਨਾਮਣਾ ਸੀ ਇਸ ਗੱਲ ਦੇ ਵਿੱਚ ਪੜ੍ਹਾਉਣ ਵਾਸਤੇ, ਫਾਰਸੀ ਦਾ ਬੜਾ ਮਾਹਰ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹਨੂੰ ਵੀ ਬੁਲਾ ਕੇ
ਗੋਬਿੰਦ ਰਾਏ ਦੀ ਸਿੱਖਿਆ ਦਾ ਪ੍ਰਬੰਧ ਕੀਤਾ। ਸਵੇਰ ਤੋਂ ਸ਼ੁਰੂਆਤ ਹੁੰਦੀ ਹੈ, ਸ਼ਾਮ ਤੱਕ ਆ ਜਾਂਦੀ ਹੈ। ਹਰ ਗੱਲ ਦੇ ਵਿੱਚ ਗੋਬਿੰਦ ਰਾਏ ਨੂੰ ਪੂਰਨ ਤੌਰ 'ਤੇ ਸਾਰੀ ਦਿਹਾੜੀ ਇਹਨਾਂ ਸਿੱਖਿਆਵਾਂ ਦੇਣ ਵਿੱਚ ਗੁਜ਼ਰਦਾ ਹੈ। ਸਵੇਰੇ ਸ਼ਾਮ ਦੇ ਲੱਗਦੇ ਦੀਵਾਨ ਵਿੱਚ ਗੋਬਿੰਦ ਰਾਏ ਜੀ ਵੀ ਆਉਂਦੇ ਨੇ, ਇੱਕ ਜਗਿਆਸੂ ਵਾਂਗੂ ਬੈਠਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਕਈ ਵਾਰੀ ਪਰਖ ਪੜਚੋਲ ਕਰਨ ਵਾਸਤੇ ਆਏ ਹੋਏ ਜਗਿਆਸੂਆਂ ਦੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਬਹੁਤ ਵਾਰੀ ਗੋਬਿੰਦ ਰਾਏ ਨੂੰ ਕਹਿ ਦਿੰਦੇ ਨੇ। ਔਰ ਗੋਬਿੰਦ ਰਾਏ ਉਸ ਵੇਲੇ ਬੜੀ ਸੂਝ-ਬੂਝ ਨਾਲ ਉਹਨਾਂ ਵੱਡੀਆਂ ਉਮਰਾਂ ਵਾਲਿਆਂ ਦੇ ਜਵਾਬ ਵੀ ਬੜੇ ਸਾਰਥਕ ਰੂਪ 'ਚ ਦਿੰਦੇ ਸਨ। ਇਹ ਸਾਰਾ ਕੁਛ ਜੋ ਕੁਛ ਚੱਲਦਾ ਹੈ, ਇਹ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਚੱਲਦਾ ਹੈ। ਇੱਕ ਪਲ ਇਸ ਗੱਲ ਨੂੰ ਇੱਥੇ ਹੀ ਰੋਕ ਕੇ ਇੱਕ ਥੋੜ੍ਹਾ ਜਿਹਾ ਪੱਖ ਮੈਂ ਦੂਜਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ, ਤਾਂ ਕਿ ਆਪਾਂ ਨੂੰ ਗੱਲ ਪਕੜ ਵਿੱਚ ਆ ਜਾਏ। ਯਾਦ ਰੱਖਿਓ ਜੀ, ਔਰੰਗਜ਼ੇਬ ਪਹਿਲੇ ਦਿਨ ਤੋਂ ਹੀ ਇਹਦੀ ਬਿਰਤੀ ਹੈ ਨਾ ਜਿਹੜੀ, ਉਹ ਬੜੀ ਲੋਭੀ ਜਿਹੀ ਬਿਰਤੀ, ਰਾਜ ਭਾਗ ਦੀ ਭੁੱਖ ਦੀ ਬਿਰਤੀ ਤੇ ਧੋਖਾ ਕਰਨ ਵਾਲੀ ਬਿਰਤੀ, ਇਹ ਆਰੰਭ ਤੋਂ ਹੀ ਹੈ, ਸ਼ੁਰੂ ਤੋਂ ਹੀ ਹੈ। ਸ਼ਾਹਜਹਾਨ ਦੇ 4 ਪੁੱਤ ਸਨ, ਦਾਰਾ ਸ਼ਿਕੋਹ, ਸ਼ੁਜਾ, ਔਰੰਗਜ਼ੇਬ ਅਤੇ ਮੁਰਾਦ। ਇਹ 4 ਪੁੱਤ ਨੇ। ਇਹਨਾਂ ਵਿੱਚੋਂ ਸਾਰਿਆਂ ਤੋਂ ਚੁਸਤ ਜਿਹੜਾ ਹੈ ਉਹ ਔਰੰਗਜ਼ੇਬ ਹੈ। ਚੁਸਤ ਹੋਣਾ ਮਾੜਾ ਨਹੀਂ ਹੁੰਦਾ, ਪਰ ਜਿਹੜੀ ਚੁਸਤੀ ਚਲਾਕੀਆਂ ਲਈ, ਧੋਖੇ ਦੇਣ ਲਈ ਵਰਤੀ ਜਾਵੇ, ਉਹ ਸਾਕਾਰ ਨਹੀਂ ਹੁੰਦੀ। ਇੱਥੇ ਮੈਂ ਕੁਝ ਇੱਕ ਬੇਨਤੀਆਂ ਤੁਹਾਨੂੰ ਇਹ ਦਰਸਾਉਣੀਆਂ ਚਾਹੁੰਦਾ ਹੈ ਵੀ ਉਸ ਵੇਲੇ ਕਿਵੇਂ ਦੇ ਹਾਲਾਤ ਸਨ, ਤਾਂ ਕਿ ਗੱਲ ਸਮਝ ਵਿੱਚ ਆ ਜਾਏ। ਔਰੰਗਜ਼ੇਬ ਦੇ ਬਾਰੇ ਵਿੱਚ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਇੱਕ ਬੜੀ ਆਲਾ ਕਿਸਮ ਦੀ ਕਿਤਾਬ ਲਿਖੀ ਹੈ। ਉਹ ਹੈ ਗੁਰੂ ਤੇਗ ਬਹਾਦਰ ਸਿਮਰੇ। ਉਹ 'ਚ ਇੱਕ ਲੇਖ ਔਰੰਗਜ਼ੇਬ ਦੇ ਬਾਰੇ 'ਚ ਹੈ। ਉਹਨਾਂ ਜੀਵਨ ਦੇ ਬਚਪਨ ਦੀ ਇੱਕ ਘਟਨਾ ਲਿਖੀ, ਬੜੀ ਪਿਆਰੀ। ਉਹ ਕਹਿੰਦੇ ਵੀ ਇੱਕ ਵਾਰੀ ਸ਼ਾਹਜਹਾਨ ਆਪਣੇ ਪਰਿਵਾਰ ਦੇ ਸਮੇਤ ਸ਼ਾਹੀ ਮਸਜਿਦ ਵਿੱਚ ਨਮਾਜ਼ ਅਦਾ ਕਰਨ ਗਏ। ਹੁਣ ਜਦੋਂ ਅੰਦਰ ਉਹ ਨਮਾਜ਼ ਪੜ੍ਹ ਰਹੇ ਨੇ, ਨਮਾਜ਼ ਅਦਾ ਕਰ ਰਹੇ ਨੇ, ਤੇ ਸ਼ਾਹੀ ਪਰਿਵਾਰ ਸੀ, ਇਹਨਾਂ 'ਚ ਕਤਰੋ ਗਰਦ ਬਹੁਤ ਹੁੰਦੀ ਹੈ। ਤੇ ਸ਼ਾਹਜਹਾਨ ਨੇ ਅੱਖਾਂ ਨਾਲ ਦੇਖਿਆ ਵੀ ਮੇਰਾ ਪੁੱਤ ਦਾਰਾ ਸ਼ਿਕੋਹ ਵੀ ਹੈ, ਸ਼ੁਜਾ ਵੀ ਹੈ, ਮੁਰਾਦ ਵੀ ਹੈ, ਮੇਰੀਆਂ ਸਾਰੇ ਪਰਿਵਾਰ ਦੇ ਬਾਕੀ ਨੇ, ਪਰ ਹੈਰਾਨੀ ਦੀ ਗੱਲ ਹੈ ਵੀ ਔਰੰਗਜ਼ੇਬ ਨਹੀਂ ਹੈ। ਚਲੋ ਨਮਾਜ਼ ਅਦਾ ਕੀਤੀ, ਉਸ ਤੋਂ ਬਾਹਰ ਆ ਕੇ ਦੇਖਿਆ ਤੇ ਇਹ ਬਾਹਰ ਖਲੋਤਾ ਹੈ। ਸ਼ਾਹਜਹਾਨ ਬੜੇ ਪਿਆਰ ਨਾਲ ਪੁੱਛਦਾ ਵੀ ਔਰੰਗਜ਼ੇਬ ਤੂੰ ਅੰਦਰ ਨਹੀਂ ਆਇਆ ਬਈ, ਤੂੰ ਨਮਾਜ਼ ਨਹੀਂ ਸੀ ਪੜ੍ਹਨੀ? ਇਹਨੇ ਇੱਕ ਗੱਲ ਕਹੀ ਸੀ ਬਚਪਨ ਦੀ। ਕਹਿਣ ਲੱਗੇ ਅੱਬਾ ਮੈਂ ਤਾਂ ਬਾਹਰ ਖਲੋ ਗਿਆ ਸੀ, ਮੈਂ ਸੋਚਦਾ ਸਾਂ ਵੀ ਅਚਾਨਕ ਸਾਰੇ ਅੰਦਰ ਨਮਾਜ਼ ਪੜ੍ਹਨ ਚਲੇ ਗਏ, ਸ਼ਾਹੀ ਪਰਿਵਾਰ ਹੈ, ਵੀ ਜੇ ਮਸਜਿਦ ਡਿੱਗ ਜਾਏ, ਕੋਈ ਝੱਖੜ ਆ ਜਾਏ, ਕੋਈ ਭੁਚਾਲ ਆ ਜਾਏ, ਇਸ ਕਾਰਨ ਬਣ ਜਾਏ, ਮਸਜਿਦ ਡਿੱਗ ਜਾਏ, ਸਾਰੇ ਮਰ ਜਾਣ, ਤੇ ਕੋਈ ਰਾਜ ਕਰਨ ਵਾਲਾ ਤਾਂ ਵਾਪਸ ਚਾਹੀਦਾ ਨਾ, ਤੇ ਮੈਂ ਇਸ ਲਈ ਬਾਹਰ ਖਲੋ ਗਿਆ ਸੀ। ਸ਼ਾਹਜਹਾਨ ਨੇ ਮੱਥੇ ਹੱਥ ਮਾਰਿਆ ਤਾਂ ਖੁਦਾ ਦੀ ਇਬਾਦਤ ਕਰਨ ਆਉਣ ਲੱਗਿਆ ਵੀ ਆਪਣੇ ਮਨ 'ਚ ਕਿਹੋ ਜਿਹੇ ਵਿਚਾਰ ਰੱਖ ਕੇ ਆਉਣਾ। ਯਾਦ ਰੱਖਿਓ, ਇਹਨੇ 1658 ਦੇ ਵਿੱਚ ਆਪਣੇ ਪਿਓ ਨੂੰ ਕੈਦ ਕਰਕੇ ਆਪ ਤਖਤ ਤੇ ਕਬਜ਼ ਹੋ ਗਿਆ। 1658 ਤੋਂ ਲੈ ਕੇ 1666 ਤੱਕ ਇਹਨੇ ਆਪਣੇ ਪਿਤਾ ਨੂੰ ਬਹੁਤ ਤਰਸਾਇਆ। ਇੱਥੋਂ ਤੱਕ ਉਹ ਪਾਣੀ ਦੀਆਂ ਬੂੰਦਾਂ ਲਈ ਵੀ ਤਰਸ ਜਾਂਦਾ ਸੀ, ਮੂੰਹ ਗਿੱਧਾ ਕਰਨ ਲਈ ਵੀ ਤਰਸ ਜਾਂਦਾ ਸੀ। ਉਹਦਾ ਇੱਕ ਜ਼ਿਕਰ ਉਹਦੇ ਆਪਣੀ ਹੀ ਲਿਖਤ ਵਿੱਚੋਂ ਮਿਲਦਾ ਹੈ। ਸ਼ਾਹਜਹਾਨ ਨੇ ਇੱਕ ਗੱਲ ਲਿਖੀ ਸੀ, ਇਹਨੂੰ ਲਾਹਨਤ ਪਾਉਂਦੇ ਔਰੰਗਜ਼ੇਬ ਨੂੰ। ਕਹਿਣ ਲੱਗੇ ਮੈਂ ਅੱਜ ਸ਼ਾਬਾਸ਼ ਉਹਨਾਂ ਹਿੰਦੂਆਂ ਨੂੰ ਦਿੰਦਾ ਜਿਹੜੇ ਆਪਣੇ ਬਜ਼ੁਰਗਾਂ ਦੇ ਮਰ ਜਾਣ ਤੋਂ ਬਾਅਦ ਵਿੱਚ ਵੀ ਉਹਨਾਂ ਲਈ ਸ਼ਰਾਧ ਕਰਦੇ ਨੇ।
ਤੇ ਲੱਖ ਲਾਹਨਤ ਹੈ ਔਰੰਗਜ਼ੇਬ ਤੇਰੇ ਤੇ, ਤੂੰ ਆਪਣੇ ਜਿਉਂਦੇ ਜੀ ਪਿਤਾ ਨੂੰ ਪਿਆਸਾ ਮਾਰ ਰਿਹਾ। ਹਾਲਾਂਕਿ ਦੇਖੋ ਇਹ ਹਿੰਦੂ ਧਰਮ ਨੂੰ ਚੰਗਾ ਨਹੀਂ ਸਮਝਦੇ, ਪਰ ਉੱਥੇ ਉਹਦੀ ਵਡਿਆਈ ਕਰ ਰਹੇ ਨੇ ਅਤੇ ਉਹਨੂੰ ਲਾਹਨਤ ਪਾ ਰਹੇ ਨੇ। ਤੇ ਸੋਚੋ ਵੀ ਇੱਕ ਪਿਤਾ ਕਿੱਡਾ ਕੁ ਤਰਸਾਇਆ ਹੋਏਗਾ ਨੇ, ਕਿਵੇਂ ਉਹ ਦੁਖੀ ਹੋ ਕੇ ਦੁਨੀਆ ਤੋਂ ਗਿਆ। ਇਹਦਾ ਪਿਓ ਸੀ। 1659 ਵਿੱਚ ਇਹਨੇ ਦਾਰਾ ਸ਼ਿਕੋਹ ਦਾ ਕਤਲ ਕੀਤਾ ਤੇ ਉਹਦੇ ਪੁੱਤ ਦਾ ਕਤਲ ਕੀਤਾ। ਯਾਦ ਰੱਖਿਓ। ਇਹਦੀ ਇੱਕ ਬੜੀ ਪਿਆਰੀ ਬੇਟੀ ਹੈ ਜ਼ੇਬਲ ਨਿਸ਼ਾ, ਬੜੀ ਵਧੀਆ ਸ਼ਾਇਰਾ ਸੀ। ਉਹ ਬਹੁਤ ਦਾਨੀਆਂ ਸੋਚ ਦੀਆਂ ਗੱਲਾਂ ਕਰਦੀ ਸੀ। ਤੇ ਉਸ ਜ਼ੇਬਲ ਨਿਸ਼ਾ ਨੂੰ ਸਲੀਮਗੜ੍ਹ ਦੇ ਕਿਲ੍ਹੇ ਵਿੱਚ ਇਹਨੇ 20 ਸਾਲ ਕੈਦ ਰੱਖਿਆ ਆਪਣੀ ਬੇਟੀ ਨੂੰ। ਸੋਚ ਕੇ ਦੇਖੋ, ਜਿਹੜਾ ਨਾ ਖੁਦਾ ਦੀ ਇਬਾਦਤ ਕਰਨ ਦਾ ਨੇਕ ਹੈ, ਜਿਹੜਾ ਨਾ ਆਪਣੇ ਪਿਤਾ ਦੀ ਸੇਵਾ ਕਰਨ ਵਿੱਚ ਨੇਕ ਹੈ, ਜਿਹੜਾ ਆਪਣੇ ਭਰਾਵਾਂ ਦੇ ਖੂਨ ਨਾਲ ਹੱਥ ਰੰਗੀ ਬੈਠਾ ਹੈ, ਇਹਨੇ ਆਪਣੇ ਤੋਂ ਛੋਟਾ ਭਰਾ ਵੀ ਸੁਜਾਬੀ ਮੁਰਾਦ, ਇਹਨੇ ਆਪਣੇ ਤੋਂ ਛੋਟਾ ਭਰਾ ਮੁਰਾਦ ਨੂੰ ਵੀ ਸ਼ਰਾਬ ਪਿਲਾ ਕੇ ਤੇ ਉਹਨੂੰ ਕੈਦ ਕਰਕੇ ਤੇ ਮੁੜ ਕੇ ਉਹਦਾ ਵੀ ਗਵਾਲੀਅਰ ਦੇ ਕਿਲੇ ਵਿੱਚ ਉਹਨੂੰ ਕੈਦ ਕਰਕੇ ਖਾਤਮਾ ਕਰਵਾ ਦਿੱਤਾ ਸੀ। ਯਾਦ ਰੱਖਿਓ। ਹੁਣ ਇਹਦੇ ਤਾਂ ਹੱਥ ਇਹਦੇ ਤਾਂ ਆਪਣੇ ਹੀ ਪਰਿਵਾਰ ਦੇ ਖੂਨ ਨਾਲ ਰੰਗੇ ਹੋਏ ਆ। ਅੱਤ ਦਾ ਕਹਿਰ ਕਰਦਾ। ਸਰਮਦ ਫਕੀਰ ਵਰਗਾ ਉਹਦਾ ਕਤਲ ਕਰਵਾ ਦਿੱਤਾ ਸੀ। ਬੜਾ ਵਧੀਆ ਕਿਸਮ ਦਾ ਦਰਵੇਸ਼ ਸੀ ਉਹ। ਹੁਣ ਤੁਸੀਂ ਸੋਚੋ, ਸੰਗੀਤ ਦਾ ਇਹ ਬਹੁਤ ਸਖਤ ਵਿਰੋਧੀ ਸੀ। ਬੇਅੰਤ ਕਲਾਵਾਂ ਦੇ ਗਲੇ ਘੋਟੇ ਗਏ ਇਹਦੇ ਰਾਜ ਵੇਲੇ। ਕਈ ਤਰ੍ਹਾਂ ਦੇ ਟੈਕਸ ਲਾਉਂਦਾ ਸੀ। ਤੇ ਇਹਦੇ ਨਾਲ ਨਾਲ ਚੇਤੇ ਰੱਖਿਓ, ਜੇ ਪਿੱਛੇ ਵੀ ਜ਼ਿਕਰ ਕਰ ਚੁੱਕਾ ਹੋਇਆ ਭਈ ਹਰੇਕ ਕਿਸਮ ਦਾ ਹਿੰਦੂ ਧਰਮ ਦੇ ਤਿਉਹਾਰ ਮਨਾਉਣੇ, ਨਵੇਂ ਮੰਦਰ ਬਣਨੇ, ਨਵੇਂ ਇਕੱਠ ਹੋਣੇ, ਉਹਨਾਂ ਦੀਆਂ ਪੂਜਾ ਪ੍ਰਤਿਸ਼ਠਾ ਦੀਆਂ ਵਡਿਆਈਆਂ ਦੀਆਂ ਗੱਲਾਂ ਹਰ ਇੱਕ ਬੰਦ ਕਰ ਦਿੱਤਾ। ਕੋਈ ਘੋੜ ਸਵਾਰੀ ਨਹੀਂ ਕਰ ਸਕਦਾ, ਕੋਈ ਸ਼ਿਕਾਰ ਨਹੀਂ ਕਰ ਸਕਦਾ। ਇਤਿਹਾਦਕ ਇਹੋ ਜਿਹੇ ਹਾਲਾਤਾਂ ਵਿੱਚ ਅੱਤ ਦਾ ਘੁੱਟ ਘੁੱਟ ਕੇ ਦੂਜਿਆਂ ਨੂੰ ਮਰਨ ਤੇ ਮਜਬੂਰ ਕਰ ਰਹੇ ਆ। ਇਹ ਹਾਲਾਤ ਨੇ ਉਸ ਵੇਲੇ ਦੇ। ਹੁਣ ਜਦੋਂ ਇਵੇਂ ਦੇ ਹਾਲਾਤਾਂ ਵਿੱਚ ਇਸੇ ਦਾ ਇੱਕ ਭਾਈਚਾਰਾ, ਕਿਉਂਕਿ ਇਹ ਖੁਦ ਸੁੰਨੀ ਹੈ, ਸ਼ੀਆ ਨੂੰ ਵੀ ਬਹੁਤ ਨਫ਼ਰਤ ਕਰਦਾ। ਦੇਖੋ ਰਾਜ 'ਚ ਕਿੰਨੇ ਲੋਕ ਨੇ ਜਿਹੜੇ ਇਹਦੇ ਵਿਰੋਧੀ ਨੇ, ਉਹਨਾਂ ਸ਼ੀਆ ਨੂੰ ਵੀ ਬਹੁਤ ਨਫ਼ਰਤ ਕਰਦਾ। ਤਾਂ ਇਹਦੇ ਹੀ ਆਪਣੇ ਨਜ਼ਦੀਕੀ ਵੀ ਇਹਦੀ ਕੱਟੜਤਾਈ ਦੇ ਕਾਰਨ ਇਹਦੇ ਖਿਲਾਫ ਹੋਣੇ ਸ਼ੁਰੂ ਹੋ ਗਏ। ਹਾਲਾਂਕਿ ਉਹ ਦੂਜਾ ਪੱਖ ਵੀ ਹੈ, ਇਹ ਪਰਹੇਜ਼ਗਾਰ ਵੀ ਬੜਾ ਬਣਦਾ ਸੀ। ਕਦੇ ਇਹਨੇ ਜ਼ਿੰਦਗੀ 'ਚ ਸ਼ਰਾਬ ਨਹੀਂ ਪੀਤੀ, ਜ਼ਿੰਦਗੀ ਭਰ ਕਦੇ ਸ਼ਰਾਬ ਨਹੀਂ ਪੀਤੀ। ਟੋਪੀਆਂ ਸੀਂਦਾ ਸੀ ਤੇ ਕਹਿੰਦਾ ਸੀ ਵੀ ਕੁਰਾਨ ਸ਼ਰੀਫ ਲਿਖ ਕੇ ਮੈਂ ਇਹ 'ਚ ਰੋਟੀ ਖਾਣਾ, ਹੱਕ ਦੀ ਰੋਟੀ ਖਾਣਾ। ਇਤਿਹਾਦਕ। ਪਰ ਜਦੋਂ ਇਹਨੂੰ ਪਤਾ ਲੱਗਿਆ ਵੀ ਵਿਰੋਧ ਦੀ ਲੜੀ ਲੰਮੀ ਹੋ ਰਹੀ ਹੈ, ਇਹਨੇ ਉਸ ਵੇਲੇ ਮੁਸਲਮਾਨਾਂ ਨੂੰ, ਆਪਣੇ ਭਾਈਚਾਰੇ ਨੂੰ ਖੁਸ਼ ਕਰਨ ਵਾਸਤੇ ਇਹਨੇ ਦੂਜੇ ਪਾਸੇ ਕਹਿਰ ਹੋਰ ਵਧਾ ਦਿੱਤਾ। ਕਹਿਰ ਤਾਂ ਪਹਿਲਾਂ ਵੀ ਕਰ ਰਿਹਾ ਸੀ, ਕੋਈ ਦੋ ਰਾਮਾ ਨਹੀਂ। ਇਹਨੇ ਉਹਨੂੰ ਹੋਰ ਵਧਾ ਦਿੱਤਾ। ਇਹਨੇ ਹਿੰਦੂਆਂ ਦੇ ਤਿਲਕ ਮਟਾਉਣੇ, ਬੋਦੀਆਂ ਕੱਟਣੀਆਂ ਅਤੇ ਨਾਲ ਚੇਤੇ ਰੱਖਿਓ ਜੇ ਉਹਨਾਂ ਦੇ ਜੰਝੂ ਲਾ ਕੇ, ਜਨੇਊ ਲਾ ਕੇ, ਜੇ ਕੋਈ ਨਹੀਂ ਲਾਉਂਦਾ ਸੀ ਤਾਂ ਉਹਦਾ ਕਤਲ ਕਰ ਦਿੰਦਾ ਸੀ। ਬਹੁਤਾਤ ਦਿਨ ਰਾਤ ਇਹ ਕਹਿਰ ਹੋਣਾ ਸ਼ੁਰੂ ਹੋ ਗਿਆ। ਜਿਹੜੇ ਇਸ ਸਨਾਤਨੀ ਧਰਮ ਨੂੰ ਸਿੱਖਿਆ ਦਿੰਦੇ ਸਨ, ਉਹ ਬਹੁਤੇ ਵਿਦਵਾਨ ਕਸ਼ਮੀਰ ਦੀ ਧਰਤੀ ਤੇ ਪੈਦਾ ਹੁੰਦੇ ਸਨ। ਤੇ ਕਸ਼ਮੀਰ ਦੀ ਧਰਤੀ ਤੇ ਬਹੁਤਾਤ ਗਿਣਤੀ ਇਹਨਾਂ ਦੀ ਸੀ। ਇਹ ਗੱਲ ਕੁਦਰਤ ਵੱਲੋਂ ਹੀ ਹੈ। ਇਹ ਨਾਜ਼ੁਕ ਦਿਲ ਦੇ ਨੇ, ਸਹਿਮ ਜਲਦੀ ਜਾਂਦੇ ਨੇ। ਇਹਨਾਂ ਕਾਰਨਾਂ ਕਰਕੇ ਔਰੰਗਜ਼ੇਬ ਨੇ ਇੱਕ ਤਾਂ ਇੱਥੋਂ ਬਾਹਰ ਨਿਕਲਣੇ ਵਿਦਵਾਨ ਬੰਦ ਹੋਣਗੇ, ਪ੍ਰਚਾਰ ਹੀ ਖਤਮ ਹੋ ਜਾਏਗਾ।
ਦੂਜਾ ਇਹ ਹੈ ਭਈ ਇਹ ਡਰਾਕਲ ਬਿਰਤੀ ਦੇ ਨੇ। ਜੇ ਮੈਂ ਇੱਥੇ ਡਰਾ ਲਿਆ ਤਾਂ ਬਾਕੀ ਥਾਵਾਂ ਦੇ ਉੱਤੇ, ਬਨਾਰਸ ਦੀ ਧਰਤੀ ਉੱਤੇ, ਇਸ ਹਰਿਦੁਆਰ ਦੀ ਧਰਤੀ ਉੱਤੇ, ਮਥੁਰਾ ਦੀ ਧਰਤੀ ਉੱਤੇ, ਅਯੁੱਧਿਆ ਦੀ ਧਰਤੀ ਉੱਤੇ, ਇਹਨਾਂ ਨੂੰ ਬਦਲਾਉਣਾ ਕੋਈ ਔਖਾ ਨਹੀਂ ਹੋਏਗਾ। ਇਹ ਸਾਰੀ ਵਿਚਾਰ ਬਣਾ ਲਈ। ਹੁਣ ਉਹਨੇ ਇੱਕ ਬੰਦਾ ਲੱਭਿਆ, ਉਹਦਾ ਨਾਂ ਹੈ ਇਫਤਖਾਰ ਖਾਂ। ਇਹ ਬੜੀ ਜ਼ੁਲਮੀ ਬਿਰਤੀ ਦਾ ਬੰਦਾ ਸੀ। ਕਈ ਵਾਰੀ ਵਿਦਵਾਨਾਂ ਨੂੰ ਇੱਕ ਭੁਲੇਖਾ ਲੱਗਿਆ, ਸ਼ੇਰੇ ਅਫਗਾਨ ਇਹਨੂੰ ਕਹਿੰਦੇ। ਸ਼ੇਰੇ ਅਫਗਾਨ ਅਸਲ ਵਿੱਚ ਇਹਦਾ ਤਖੱਲਸ ਸੀ। ਇਸ ਮਸਲੇ ਦੇ ਵਿੱਚ ਔਰੰਗਜ਼ੇਬ ਦੀ ਸਮੁੱਚੀ ਬਿਰਤੀ ਨੂੰ ਹੋਰ ਵੀ ਪੜ੍ਹਨ ਵਾਸਤੇ ਮੈਂ ਹੁਣੇ ਜ਼ਿਕਰ ਕੀਤਾ ਪ੍ਰੋਫੈਸਰ ਪਿਆਰਾ ਸਿੰਘ ਦੀ ਪਦਮ ਦੀ ਕਿਤਾਬ ਗੁਰੂ ਤੇਗ ਬਹਾਦਰ ਸਿਮਰਿਆ, ਅਤੇ ਦੂਜੇ ਪਾਸੇ ਮਹਿੰਦਰ ਸਿੰਘ ਜੋਸ਼ ਦੀ ਕਿਤਾਬ ਇੱਕ ਬੜੀ ਪਿਆਰੀ ਜੀਵਨ ਗਾਥਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ 'ਚ, ਉਹਨਾਂ ਦਾ ਜੀਵਨ ਲਿਖਿਆ। ਉਹ 'ਚ ਵੀ ਬੜਾ ਖੁੱਲ੍ਹ ਕੇ ਜ਼ਿਕਰ ਕੀਤਾ ਔਰੰਗਜ਼ੇਬ ਦੀ ਬਿਰਤੀ ਦਾ। ਜਿਹੜੀ ਮੈਂ ਅਰਜ਼ ਕਰ ਰਿਹਾ ਸਾਂ, ਅਸਲ ਵਿੱਚ ਇਹ ਮਹਿੰਦਰ ਸਿੰਘ ਜੋਸ਼ ਦੀ ਬੋਲਨੇ ਵੀ ਸ਼ੇਰੇ ਅਫਗਾਨ ਇਹਦਾ ਤਖੱਲਸ ਹੈ, ਇਹਦਾ ਲਾਸਟ ਨੇਮ ਹੈ। ਅਸਲ ਵਿੱਚ ਇਹਦਾ ਨਾਂ ਜਿਹੜਾ ਸੀ ਇਫਤਖਾਰ ਖਾਂ ਸੀ। ਇਹ ਬੜੀ ਜ਼ਾਲਮ ਬਿਰਤੀ ਦਾ ਬੰਦਾ ਸੀ। ਹੁਣ ਇਹਨੇ ਜਾ ਕੇ ਕਸ਼ਮੀਰ ਦੀ ਧਰਤੀ ਤੇ ਕਹਿਰ ਕਰਨਾ ਸ਼ੁਰੂ ਕਰ ਦਿੱਤਾ। ਇਸਲਾਮ ਜਿਹੜਾ ਹੈ ਉਹ ਇਸ ਗੱਲ ਦਾ ਧਾਰਨੀ ਹੈ ਵੀ ਅੱਲਾਹ ਤਾਲਾ ਦਾ ਕੋਈ ਆਕਾਰ ਨਹੀਂ ਬਣਾ ਸਕਦੇ। ਸ਼ਾਇਦ ਆਪ ਨੂੰ ਪਤਾ ਹੋਵੇਗਾ ਵੀ ਹਜ਼ਰਤ ਮੁਹੰਮਦ ਸਾਹਿਬ ਦੀ ਵੀ ਕੋਈ ਤਸਵੀਰ ਨਹੀਂ ਹੈ, ਬਿਲਕੁਲ ਨਹੀਂ। ਤੇ ਖੁਦਾ ਨੂੰ ਕਿਸੇ ਆਕਾਰ ਵਿੱਚ ਨਹੀਂ ਮੰਨਦੇ। ਇਸ ਲਈ ਸਨਾਤਨੀ ਧਰਮ ਹੈ ਜਿਹੜਾ ਉਹ ਸਮੁੱਚਾ ਹੀ ਆਕਾਰਾਂ ਦੇ ਸਿਰ 'ਤੇ ਖਲੋਤਾ। ਹਰ ਗੱਲ ਦਾ ਉਹਨਾਂ ਨੇ ਦੇਵੀ ਦੇਵਤਾ ਬਣਾ ਕੇ ਪ੍ਰਗਟ ਕੀਤਾ ਹੋਇਆ। ਤੇ ਉਹ ਕਹਿੰਦੇ ਨੇ ਵੀ ਇਹ ਕੁਫਰ ਕੀਤਾ ਇਹਨਾਂ ਨੇ, ਰੱਬ ਨੂੰ ਇਸ ਤਰ੍ਹਾਂ ਦਾ ਬਣਾ ਕੇ ਇਹ ਕੁਫਰ ਕੀਤਾ ਹੈ। ਤੇ ਕੁਫਰ ਕਰਨ ਵਾਲੇ ਨੂੰ ਕਾਫਰ ਕਹਿੰਦੇ ਨੇ। ਕਾਫਰ ਨੂੰ ਸਜ਼ਾ ਦੇਣੀ ਇਸਲਾਮ ਧਰਮ ਸੋਚਦਾ ਵੀ ਇਹ ਬਹੁਤ ਵੱਡਾ ਇੱਕ ਪੁੰਨ ਕਰਮ ਹੈ। ਇਸ ਲਈ ਇਸ ਤਰ੍ਹਾਂ ਦੇ ਕਹਿਰ ਹੁੰਦੇ ਨੇ। ਹੁਣ ਇਫਤਖਾਰ ਖਾਂ ਨੇ ਉਹਨੇ ਵੀ ਕਹਿਰ ਕਰਨਾ ਸ਼ੁਰੂ ਕਰ ਦਿੱਤਾ। ਇਸ ਹਾਲਾਤਾਂ ਵਿੱਚ ਇੱਕ ਪਹਿਲਾ ਵਫਦ, ਇੱਕ ਪਹਿਲਾ ਜਥਾ ਕਹਿ ਲਈਏ ਤਿਆਰ ਹੋਇਆ, ਜਿਹਨੇ ਪਹਿਲਾਂ ਇਫਤਖਾਰ ਖਾਂ ਨਾਲ ਗੱਲ ਕੀਤੀ ਵੀ ਸਾਨੂੰ ਥੋੜ੍ਹਾ ਜਿਹਾ ਸਮਾਂ ਦੇ, ਅਸੀਂ ਤੇਰੀ ਗੱਲ ਨੂੰ ਵਿਚਾਰਦੇ ਹਾਂ ਵੀ ਅਸੀਂ ਮੁਸਲਮਾਨ ਬਣਨਾ ਹੈ ਜਾਂ ਤਿਲਕ ਜੰਜੂ ਰੱਖਣਾ ਹੈ, ਸਾਨੂੰ ਥੋੜ੍ਹਾ ਜਿਹਾ ਵਕਤ ਦੇ। ਇਵੇਂ ਨਾ ਕਹਿਰ ਕਰ, ਇਵੇਂ ਰੋਜ਼ ਮਾਰੇਗਾ ਤੇ ਇਵੇਂ ਤਾਂ ਕੋਈ ਵਧੀਆ ਗੱਲ ਨਹੀਂ ਹੋਏਗੀ, ਤੇਰੀ ਵੀ ਬਦਨਾਮੀ ਹੋਏਗੀ। ਉਹਨੂੰ ਵੀ ਗੱਲ ਚੰਗੀ ਲੱਗੀ। ਹੁਣ ਇਹਦੇ ਦਰਮਿਆਨ ਉਹ ਜਿਹੜਾ ਬਾਕੀ ਲੋਕਾਂ ਦਾ ਇਕੱਠ ਹੋਇਆ, ਇਹਨਾਂ ਨੇ ਕਈ ਥਾਵਾਂ 'ਤੇ ਪਹੁੰਚ ਕੀਤੀ ਹੈ। ਯਾਦ ਰੱਖਿਓ ਜੀ, ਕਈ ਥਾਵਾਂ 'ਤੇ ਪਹੁੰਚ ਕੀਤੀ ਇਹਨਾਂ ਨੇ। ਇਹ ਗੱਲਾਂ ਅਸੀਂ ਕਈ ਵਾਰੀ ਸੰਖੇਪ ਜੀ ਵਿਚਾਰ ਕਰਕੇ ਤੇ ਦੂਜਾ ਪੱਖ ਬੜਾ ਅਣਜਾਣਿਆ ਜਾਂ ਜਾਣ ਕੇ ਛੱਡ ਦਿੰਦੇ ਹਾਂ। ਇਹਨਾਂ ਨੇ ਬਦਰੀਨਾਥ, ਕੇਦਾਰਨਾਥ, ਬਨਾਰਸ, ਇਹਨਾਂ ਥਾਵਾਂ ਦੇ ਉੱਤੇ ਜਿੰਨੇ ਵੱਡੀਆਂ ਵੱਡੀਆਂ ਥਾਵਾਂ ਸੀ, ਉਹਨਾਂ ਸਾਰੀਆਂ ਥਾਵਾਂ 'ਤੇ ਪਹੁੰਚ ਕੀਤੀ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ। ਇਹ ਬਹੁਤਾਤ ਥਾਵਾਂ ਦੇ ਲੋਕ ਇਕੱਠੇ ਹੋ ਕੇ ਆਏ ਸੀ। ਦੁਖੜਾ ਭਾਵੇਂ ਕਸ਼ਮੀਰ ਦਾ ਹੈ। ਹੁਣ ਸਾਰੇ ਲੋਕ ਇਕੱਠੇ ਹੋ ਕੇ ਇਹ ਵਿਚਾਰ ਕਰਦੇ ਨੇ ਵੀ ਆਪਾਂ ਨੂੰ ਹੁਣ ਕੀ ਕਰਨਾ ਚਾਹੀਦਾ। ਹੁਣ ਉਹਨਾਂ ਨੇ ਇੱਕ ਇੱਕ ਗੱਲ ਨੂੰ ਵਿਚਾਰਿਆ। ਇਸ ਵੇਲੇ ਕੁਝ ਧਿਰਾਂ ਨੇ, ਨੰਬਰ ਇੱਕ ਤਾਂ ਮੁਗਲ ਧਿਰ ਦੀ ਉਹ ਗੱਲ ਕਰ ਲਈ ਆਪਾਂ। ਇਹ ਤਾਂ ਉਸ ਵੇਲੇ ਮੁਸਲਮਾਨ, ਇਹ ਤਾਂ ਮਤਲਬ ਕਹਿਰ ਕਰਨ ਵਾਲੇ, ਜ਼ੁਲਮ ਕਰਨ ਵਾਲਿਆਂ ਵਿੱਚ ਹੀ ਸੀ। ਇਹ ਗੱਲ ਯਾਦ ਰੱਖਿਓ, ਜੇ ਮੁਸਲਮਾਨ ਕਹਿ ਕੇ ਆਪਾਂ ਸਮੁੱਚਿਆਂ ਨੂੰ ਇੱਕ ਨਜ਼ਰ ਨਾਲ ਨਹੀਂ ਦੇਖ ਸਕਦੇ। ਗੁਰੂ ਸਾਹਿਬਾਂ ਦੇ ਨਾਲ ਬੇਅੰਤ ਮੁਸਲਮਾਨਾਂ ਨੇ ਬਹੁਤ ਵਧੀਆ ਨੇਕ ਕੰਮ ਕੀਤੇ ਨੇ, ਬੜੇ ਵਧੀਆ ਵਧੀਆ ਨੇਕ ਇਨਸਾਨ ਵੀ ਨੇ। ਹਰ ਇੱਕ ਧਰਮ ਦੇ ਵਿੱਚ ਹੋਇਆ ਕਰਦਾ ਹੈ, ਇਹ ਤੇ ਕੋਈ ਆਪਾਂ ਦੋ ਰਾਵਾਂ ਨਹੀਂ ਕਹਿ ਸਕਦੇ। ਹਰੇਕ ਸੁਸਾਇਟੀ ਵਿੱਚ ਹਰੇਕ ਤਰ੍ਹਾਂ ਦੇ ਦੋ ਤਰ੍ਹਾਂ ਦੇ ਲੋਕ ਹੋਏ ਹੀ ਕਰਦੇ ਨੇ, ਚੰਗੇ ਤੇ ਮਾੜੇ। ਤੋ ਜਦੋਂ ਵੀ ਮੈਂ ਮੁਸਲਮਾਨ ਸ਼ਬਦ ਕਹਿਣਾ, ਇਹਨੂੰ ਸਮੁੱਚੇ ਮੁਸਲਮਾਨ ਭਾਈਚਾਰੇ 'ਤੇ ਨਹੀਂ, ਇਹਨੂੰ ਕੁਛ ਉਹ ਦੋਸ਼ੀ ਲੋਕਾਂ ਦੀ ਗੱਲ ਆਪਾਂ ਕਰ ਰਹੇ।
ਹੁਣ याद रखियो, ਜਦੋਂ ਇਹਨਾਂ ने विचार की भी एक धिर ते मुसलमान धिर है, मुगल धिर है जिहड़ी इस वेले हाकमी धिर कहना चाहिए असल च, एक धिर ते हाकमी धिर है, दूजे ने ये हिंदू धर्म, ये मजलूम ने इन्हां ते जुल्म हो रहा, दो हो गए। तीजा पक्ष है उस वेले मराठियां दा, मराठियां दा इन्हां नाल कोई लेण देण नहीं है, इसलिए वो इस गल विच नहीं आए। एक राजपूत ने, राजपूतां ने भी वक्ती हालातां नूं देख के किनारा करिया होया, वो भी इन्हां दी गल विच नहीं आ रहे। हुण इस वेले एक पक्ष ये रह गया, इन्हां ने खुद ने भी ये बड़ी गंभीरता नाल विचार की भई असीं पूजा पाठ करन लई साडे कोल ग्रंथ बहुत ने, साडे कोल पूजन लई देवी देवते बहुत ने, कोई दो रामा नहीं, नहाउण लई तीर्थ बड़े ने, बड़ा कुछ है। पर जे कोई साडा इस वेले तिलक जंजू दा राखा बन सकदा ना, वो ना इन्हां वेद ग्रंथां दी सिੱਖਿਆ विचों, ना इन्हां देवी देवतियां दी किसी वेले कोई औखे वेले आके साडी मदद कर सकदा है, ते ना ही किसी तीर्थ दे जाके साडे किसी मसले दा हल मिलना है। हाँ, हुण इन्हां नूं इक्को एक धिर नज़र आई और उहदे भी बहुतात पक्ष नज़र आए, एवें नहीं सी आ गए। ये तो पढ़े लिखे सारे कदे कदे विद्वान ने, ये तो कदी कदी गल तो जाणू है। इसलिए इन्हां ने एक गल चंगी तरह विचार लई। हुण ये गल इत्थे थोड़ी जी पकड़ विच रखियो, जे मैं बेनती करां, बहुत आला किस्म दीआं 4 कुर्बानियां गुरु तेग बहादुर साहब महाराज दियां ने। एक तो आपां सारी समझदे हैं, जिहड़ी शहादत वाली है उहनूं तां हजे वखरी करदी है, वो तो लासानी है। पहली कुर्बानी गुरु तेग बहादुर साहब जी की भी उन्हां ने हाकमां दी बोली बोलण दी बजाए उदों अरबी ते फारसी नूं बड़ी महानता सी। हालांकि अपने पुੱਤ दे फारसी सिੱਖਣ वास्ते गुरु तेग बहादुर साहब जी ने पीर मुहम्मद, काजी पीर मुहम्मद नूं हुशियारपुर तो बुला के लाया। मैं तुहाडे नाल गल साझी कीती है, वो किसी जबान दे दोखी नहीं, किसी भाषा दे दोखी नहीं, पर उन्होंने ये सहमे हुए लोगों के विच मनोबल पूरा ताकत भरन वास्ते गुरु तेग बहादुर साहब जी की बाणी दे विच अरबी ते फारसी के लफ्ज़ नहीं तुहानूं मिलणगे। उन्होंने उस वेले दी सनातनी बोली नूं ही वरत के उन्हां दी गल कीती। ये बड़ी वड्डी गल सी, एक सहमी हुई धिर दी बोली नूं बोलना ते वक्त दे हाकम दी बोली नूं छड्ड देना। घर घर मियाँ सबना जियां बोली अवर तुम्हारी। लोग सब तो पहला बोली बदलते हैं जदों किसी हाकम का बहुत ज़्यादा कहर वरतदा है। ये पहली कुर्बानी गुरु तेग बहादुर साहब महाराज की। दूजी गल, उन्हां दे सामने 8 गुरु साहिबानां दा इतिहास है। उस तो पहला गुरु नानक साहब तो लैके गुरु हरकृष्ण साहब जी तक 8 गुरुआं दा एक लम्मा विरसा इतिहास उन्हां दे कोल है। पर चेता रखियो, उन्होंने किसी भी अपने विरसे चो कोई उदाहरण नहीं दी। उदाहरण भी उन्हां दियां दित्तियां ने भी देखो, जिमें दास कई बारी एक शब्द कहता, हर को नाम सदा सुखदाई। हरि का नाम सदा सुखदाई है। हुण ये गल कह के अगलियां जिहड़ियां उदाहरणां ने वो उन्हां दे धर्म दियां ने। कहंदे भलिया तूं मन विच विचार रख, जां को सिमर अजामल उधरियो। सिੱਖੀ ਦੇ ਵਿੱਚ नहीं अजामल, तेरियां बनाइयां कहानियां ने, तेरे बनाए पात्र ने। जां को सिमर अजामल उधरियो, गनका गूं गत पाई। ते ये भी तू कथा कहानी बड़े लंबे समय की सुणाउंदा आ रहे। पंचाली को राजसभा में राम नाम सुध आई, ताको दुख हरियो करना मैं अपनी पैज बढ़ाई। ये तेरियां गल्लां ने। सतगुरु जी ने पहली कुर्बानी उन्हां दी भाषा बोली। दूजी गल उन्हां दियां उदाहरणां दित्तियां
ਤੀਜੀ ਮਹਾਨ ਗੱਲ ਸਤਿਗੁਰੂ ਜੀ ਦੀ, ਜਿਹਨੂੰ ਅਸੀਂ ਅੱਜ ਵੀ ਹਿੰਦੂ ਧਰਮ ਦੇ ਤੀਰਥਾਂ 'ਤੇ ਨਹਾਉਣ ਦੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋੜ ਦਿੰਦੇ ਹਾਂ। ਮੈਂ ਬਾਰ-ਬਾਰ ਬੇਨਤੀ ਕਰਦਾ ਆ ਰਿਹਾ, ਕੋਈ ਦੋ ਰਾਵਾਂ ਨਹੀਂ, ਸਾਡਾ ਕੋਈ ਵਿਸ਼ਵਾਸ ਨਹੀਂ ਕਿਸੇ ਤੀਰਥ ਇਸ਼ਨਾਨ ਦੇ ਉੱਤੇ। ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਦੇ ਧਾਰਮਿਕ ਸਥਾਨਾਂ 'ਤੇ ਜਾ ਕੇ ਧਾਰਮਿਕ ਮੁਖੀਆਂ ਨਾਲ ਗੱਲ ਕੀਤੀ ਸੀ ਵੀ ਜੇ ਤੁਸੀਂ ਉਹ ਡੋਲ ਗਏ ਤੇ ਆਮ ਪ੍ਰਜਾ ਦਾ ਕੀ ਬਣੇਗਾ। ਇਹ ਤਾਂ ਇਸ ਲਈ ਤੀਰਥ ਯਾਤਰਾ ਸੀ। ਚੌਥੀ ਕੁਰਬਾਨੀ ਦਾ ਜ਼ਿਕਰ ਮੈਂ ਤੁਹਾਡੇ ਨਾਲ ਕਰ ਚੁੱਕਾ ਹਾਂ, ਜਿਹੜੀ ਸ਼ਹਾਦਤ ਹੈ ਲਾਸਾਨੀ। ਹੁਣ ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਇਹੋ ਜਿਹੇ ਕਹਿਰ ਭਰੇ ਵਕਤ ਵਿੱਚ ਸਾਡੀ ਬੋਲੀ ਕੌਣ ਬੋਲ ਰਿਹਾ, ਇਹੋ ਜਿਹੇ ਕਹਿਰ ਭਰੇ ਵਕਤ ਵਿੱਚ ਸਾਡੇ ਧਾਰਮਿਕ ਸਥਾਨਾਂ 'ਤੇ ਸਾਡੇ ਨਾਲ ਕੌਣ ਖਲੋ ਰਿਹਾ, ਇਹੋ ਜਿਹੇ ਕਹਿਰ ਭਰੇ ਵਕਤ ਵਿੱਚ ਸਾਡੀ ਕੋਈ ਗੱਲ ਸੁਣਨ ਲਈ ਕੌਣ ਤਿਆਰ ਹੈ। ਔਰ ਗੁਰੂ ਘਰ ਦਾ ਇੱਕ ਵੀ ਕਹਿਰ ਨਹੀਂ ਹੈ ਜਿਹੜਾ ਇਸ ਤਰ੍ਹਾਂ ਕਿਸੇ ਮਜ਼ਹਬੀ ਕੱਟੜਤਾਈ ਦੇ ਕਾਰਨ ਕਿਸੇ ਉੱਤੇ ਕੀਤਾ ਹੋਇਆ ਹੋਵੇ, ਇੱਕ ਵੀ ਉਹਦੀ ਉਦਾਹਰਨ ਨਹੀਂ ਸੀ ਮਿਲਦੀ। ਫਿਰ ਅਗਲੀ ਗੱਲ, ਗੁਰੂ ਘਰ ਦੇ ਵਿੱਚੋਂ ਇਹ ਸ਼ਬਦ ਮੂਲ ਮੰਤਰ ਵਿੱਚ ਕੇਵਲ ਪੜ੍ਹੇ ਸੁਣੇ ਨਹੀਂ ਜਾਂਦੇ, ਬਲਕਿ ਕਿਰਦਾਰ ਦਾ ਅੰਗ ਨੇ। ਉਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਹੁਣ ਨਿਰਭਉ ਤੇ ਨਿਰਵੈਰ ਉਸ ਵੇਲੇ ਦੇ ਹਾਲਾਤਾਂ ਦੀ ਇੱਕ ਕਿਸਮ ਦੀ ਦਵਾਈ ਹੈ। ਇਹ ਬਹੁਤ ਵੱਡਾ ਗੁਣ ਸੀ ਉਸ ਵੇਲੇ ਉਹਨਾਂ ਲੋਕਾਂ ਵਿੱਚ, ਨਿਰਭਉ ਤੇ ਨਿਰਵੈਰਤਾ ਭਰਨੀ। ਇਹ ਨਿਰਭਉ ਨੇ ਜਦੋਂ ਵੀ ਕਦੇ ਮੁਗਲ ਹਾਕਮਾਂ ਨਾਲ ਟੱਕਰੇ ਨੇ ਤੇ ਇਹਨਾਂ ਨੇ ਕਦੇ ਉਹਨਾਂ ਦੀ ਈਨ ਨਹੀਂ ਮੰਨੀ, ਬਿਲਕੁਲ ਬਰਾਬਰ ਟੱਕਰ ਲੈ ਕੇ ਤੇ ਸਾਰੀ ਗੱਲ ਸਪਸ਼ਟ ਕੀਤੀ ਹੈ। ਅਗਰ ਕੋਈ ਕਿਸੇ ਨਾਲ ਟਕਰਾ ਸਕਦਾ, ਹਿੰਮਤ ਰੱਖਦਾ, ਤੇ ਲੋਕਾਂ ਨੇ ਤਾਂ ਐਲਾਨ ਸੁਣ ਕੇ ਘੋੜ ਸਵਾਰੀ ਕਰਨੀ ਛੱਡ ਦਿੱਤੀ ਸੀ। ਲੋਕਾਂ ਨੇ ਤਾਂ ਐਲਾਨ ਸੁਣ ਕੇ ਸ਼ਿਕਾਰ ਕਰਨੇ ਛੱਡ ਦਿੱਤੇ ਸਨ। ਪਰ ਇੱਧਰਲੇ ਪਾਸੇ ਜਿਹਦਾ ਪਿਓ ਸ਼ਹੀਦ ਕੀਤਾ ਹੋਵੇ ਗੁਰੂ ਅਰਜਨ ਪਾਤਸ਼ਾਹ ਜੀ, ਉਹਦਾ ਪੁੱਤ ਤਖਤ ਬਣਾਉਂਦਾ ਹੋਵੇ, ਉਹਦਾ ਪੁੱਤ ਘੋੜ ਸਵਾਰੀ ਕਰਦਾ ਹੋਵੇ, ਉਹਦਾ ਪੁੱਤ ਸ਼ਿਕਾਰ ਕਰਦਾ ਹੋਵੇ, ਉਹਦਾ ਪੁੱਤ ਹਾਕਮਾਂ ਨਾਲ ਟਕਰਾਉਂਦਾ ਹੋਵੇ, ਤੁਸੀਂ ਦੇਖੋ ਕਿਸ ਉਹਨਾਂ ਨੂੰ ਕਿਉਂ ਨਹੀਂ ਲੱਗੇਗਾ ਵੀ ਕਿਹੜੇ ਘਰ ਦੇ ਵਿੱਚ ਜਾ ਕੇ ਅਸੀਂ ਬੂਹਾ ਖੜਕਾਈਏ। ਹੁਣ ਇੱਕ ਵੱਡੀ ਮੁਸ਼ਕਿਲ ਹੈ। ਉਹ ਵੱਡੀ ਮੁਸ਼ਕਿਲ ਇਹ ਹੈ ਵੀ ਅਸੀਂ ਤਾਂ ਲੱਗਦੀ ਵਾ ਇਹਨਾਂ ਦੀਆਂ ਸ਼ਿਕਾਇਤਾਂ ਸਰਕਾਰੀ ਦਰਬਾਰੇ ਕਰਦੇ ਹੀ ਰਹੇ ਹਾਂ। ਸਾਡੇ ਬਜ਼ੁਰਗ ਸਿੱਖੀ ਦੇ ਕੋਈ ਖੈਰ ਖੁਆਹ ਹੋ ਕੇ ਨਹੀਂ ਚੱਲੇ। ਉਹਨਾਂ ਨੂੰ ਵਕਤ ਮਿਲਿਆ ਅਕਬਰ ਦੇ ਦਰਬਾਰ ਵਿੱਚ ਬੀਰਬਲ ਸ਼ਿਕਾਇਤਾਂ ਲਾਉਂਦਾ ਰਿਹਾ। ਅੱਗੇ ਚੰਦੂ ਵਰਗੇ ਅਣਗਿਣਤ ਐਸੇ ਲੋਕ ਸਨ ਜਿਨ੍ਹਾਂ ਨੇ ਇਹੋ ਜਿਹੇ ਕਰਮ ਕੀਤੇ ਹੋਏ ਸਨ ਜਿਹੜੇ ਇਸ ਸਾਡੀ ਬਜ਼ੁਰਗੀ ਦੇ ਉੱਤੇ ਇੱਕ ਕਿਸਮ ਦੇ ਦਾਗ ਸਨ। ਤੇ ਹੁਣ ਕਿਹੜਾ ਮੂੰਹ ਲੈ ਕੇ ਜਾਈਏ ਗੁਰੂ ਸਾਹਿਬ ਦੇ ਕੋਲ, ਸਾਡੀ ਮਦਦ ਕਰੋ। ਹੁਣ ਉਹਨਾਂ ਨੇ ਇੱਕ ਚਿਹਰਾ ਚੁਣਿਆ, ਉਹ ਚਿਹਰਾ ਹੈ ਭਾਈ ਕਿਰਪਾ ਰਾਮ ਦੱਤ ਦਾ। ਯਾਦ ਰੱਖਿਓ ਜੀ, ਇਹਨਾਂ ਨੂੰ ਨਾਲ ਲੈ ਕੇ ਇਹਨਾਂ ਦੇ ਕੋਲ ਕਿਰਪਾ ਰਾਮ ਦੇ ਨਾਲ ਇੱਕ ਗੱਲ ਕੀਤੀ। ਜਿਹੜੀ ਇਹ ਵਾਲੀ ਮੀਟਿੰਗ ਸੀ ਨਾ, ਇਹ ਅਮਰਨਾਥ ਦੀ ਗੁਫਾ ਵਿੱਚ ਹੋਈ ਸੀ। ਇੱਥੇ ਮੀਟਿੰਗ ਹੋ ਕੇ ਗੱਲ ਚੱਲੀ ਵੀ ਆਪਾਂ ਨੂੰ ਕਿਰਪਾ ਰਾਮ ਨੂੰ ਬੇਨਤੀ ਕਰਨੀ ਚਾਹੀਦੀ ਹੈ। ਹੁਣ ਇਹ ਕਿਰਪਾ ਰਾਮ ਨਾਲ ਬੈਠ ਕੇ ਗੱਲ ਕਰਦੇ ਨੇ ਭਈ ਤੁਹਾਡੇ ਬਜ਼ੁਰਗਾਂ ਨੇ, ਜਦੋਂ ਅਸੀਂ ਸਿੱਖੀ ਦੇ ਵਿਰੋਧ ਵਿੱਚ ਤੁਰੇ ਸਾਂ, ਪਰ ਤੁਹਾਡੇ ਬਜ਼ੁਰਗਾਂ ਨੇ ਉਦੋਂ ਸਿੱਖ ਹੋ ਕੇ ਸਿੱਖੀ ਧਾਰਨ ਕਰ ਲਈ ਸੀ, ਅਸੀਂ ਪਛੜ ਗਏ। ਪਰ ਅੱਜ ਸਾਡੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਕੇ ਤੁਹਾਨੂੰ ਬਜ਼ੁਰਗਾਂ ਦਾ ਵਾਸਤਾ ਪਾ ਕੇ ਕਹਿਣ ਆਏ ਹੈ, ਸਾਡੀ ਮਦਦ ਕਰੋ। ਕਿਰਪਾ ਰਾਮ ਨੂੰ ਗੱਲ ਸਮਝਾਈ ਵੀ ਤੁਸੀਂ ਸਾਡੇ ਆਗੂ ਬਣ ਕੇ, ਸਾਡੇ ਕੋਲ ਤਾਂ ਚਿਹਰਾ ਵੀ ਨਹੀਂ ਹੈ ਜਿਸ ਚਿਹਰੇ ਨਾਲ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਈ ਬੇਨਤੀ ਕਰ ਸਕੀਏ।
ਤੁਸੀਂ ਮਦਦ ਕਰੋ। ਹੁਣ ਇਹ ਗੱਲ ਚੇਤਾ ਰੱਖਿਓ, ਗੁਰੂ ਘਰ ਦੇ ਵਿੱਚੋਂ ਜਦੋਂ ਤਾਂ ਕੋਈ ਆਉਂਦਾ ਪਿਆਰ ਨਾਲ, ਫਿਰ ਤਾਂ ਗਲਵੱਕੜੀਆਂ ਪਾਉਂਦੇ ਨੇ, ਪਰ ਜਦੋਂ ਵੀ ਕੋਈ ਆਉਂਦਾ ਹਥਿਆਰ ਨਾਲ, ਤਕਰਾਰ ਨਾਲ, ਤਾਂ ਉਦੋਂ ਉਹਨੂੰ ਜੰਗ ਦੇ ਮੈਦਾਨਾਂ ਵਿੱਚ ਟੱਕਰਦੇ ਨੇ। ਇਹ ਗੁਰੂ ਘਰ ਦੀ ਨੀਤੀ ਹੈ। ਹੁਣ ਇਹ ਜਦੋਂ ਇਵੇਂ ਦੀ ਵਿਚਾਰ ਬਣ ਕੇ ਕਿਰਪਾ ਰਾਮ ਦੇ ਕੋਲ ਆਏ ਨੇ, ਤੇ ਕਿਰਪਾ ਰਾਮ ਵੀ ਤਾਂ ਗੁਰੂ ਘਰ ਦੀਆਂ ਸਿੱਖਿਆਵਾਂ ਨਾਲ ਸ਼ਿੰਗਾਰਿਆ ਹੋਇਆ। ਕਿਰਪਾ ਰਾਮ ਨੇ ਬਚਨ ਕੀਤਾ, ਕਹਿਣ ਲੱਗੇ ਹਾਂ ਮੈਂ ਚੱਲਾਂਗਾ। ਆਪਾਂ ਸਾਰੇ ਇਕੱਠੇ ਹੋ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰਦੇ ਹਾਂ। ਇਹ ਵਿਚਾਰ ਬਣਾ ਕੇ ਉਹ ਸਾਰੀ ਤਿਆਰੀ ਕਰਕੇ ਹੁਣ ਉੱਥੋਂ ਤੁਰਨ ਲੱਗੇ ਨੇ। ਇਹ ਗੱਲ ਚੇਤਾ ਰੱਖਿਓ, ਜੇ ਇਹ ਕਿਸੇ ਆਮ ਬੰਦੇ ਦੀ ਗਵਾਹੀ ਹੁੰਦੀ, ਜਿਹੜੇ ਬੰਦੇ ਅੱਜ ਇਤਿਹਾਸ ਵਿੱਚ ਕਈ ਤਰ੍ਹਾਂ ਦਾ ਰੌਲਾ ਪਾ ਰਹੇ ਨੇ, ਰਲਾ ਪਾ ਰਹੇ ਨੇ, ਇਸੇ ਲਈ ਦਾਸ ਨੇ ਉਪਰਾਲਾ ਕੀਤਾ ਹੈ ਵੀ ਇਹ ਇਤਿਹਾਸ ਘਰ ਘਰ ਪਹੁੰਚ ਜਾਏ। ਉਹ ਜਿਹੜੇ ਰਲਾ ਪਾ ਰਹੇ ਨੇ ਨਾ, ਅੱਗੇ ਜਾ ਕੇ ਵੀ ਮੈਂ ਤੁਹਾਡੇ ਨਾਲ ਫਿਰ ਸਾਂਝ ਕਰਾਂਗਾ ਇੱਕ ਗੱਲ, ਤੇ ਉਸ ਗੱਲ ਨੂੰ ਮਿਟਾ ਦੇਣਾ ਸੀ। ਇਹ ਗੱਲ ਭੱਟ ਬਈਆਂ 'ਚ ਲਿਖੀ ਹੋਈ ਹੈ, ਉਹ ਮਿਟਾਈ ਨਹੀਂ ਜਾਣੀ ਇਹਨਾਂ ਕੋਲੋਂ। ਉਹ ਇੱਕ ਇਤਿਹਾਸਕ ਸਬੂਤ ਹੈ ਸਾਡੇ ਕੋਲ, ਜਿਹਨੂੰ ਕਿਸੇ ਤਰ੍ਹਾਂ ਵੀ ਝੁਠਲਾਇਆ ਨਹੀਂ ਜਾ ਸਕਦਾ। ਤਾਂ ਮੈਂ ਤੁਹਾਡੇ ਨਾਲ ਉਸ ਭੱਟ ਬਈਆਂ ਵਿੱਚ ਮਿਲਦੀ ਗਵਾਹੀ ਦਾ ਹੀ ਜ਼ਿਕਰ ਕਰਨ ਲੱਗਾ। ਉਹਨੂੰ ਬੜੇ ਧਿਆਨ ਨਾਲ ਸੁਣਿਓ। ਭਾਈ ਕਿਰਪਾ ਰਾਮ ਦੱਤ बेटा अड़ू जी का, पोता नारायण दास का, पड़पोता ब्रह्मदास का, बंश ठाकुर का, वासी मटन कश्मीर देश। ये मुल्तानी बही दे विच है, मुल्तानी सिंधी बही दे विच है। हू बहू मैं अखर तुहाडे नाल साझे कर रहे। संबत 1732 जेठ मासी सुदी एकादशी के देहों खोड़स ब्राह्मणों को गैल लेक चक नानकी परगना कहलूर गुरु तेग बहादुर जी महल्ला 9वां के दरबार आए फरियादी हुआ। क्योंकि किरपा राम अगे चल रहे ने ते ये आके इवें फरियादी होए। गुरु जी ने इन्हें धीरज दई, बचन हुआ, बड़े प्यार नाल बचन करन लगे, तुसां की रखिया बाबा नानक करेगा। इत्थे समाप्ति। ये भट्ट बईयां दा एक सबूत है साडे कोल। एक कवि है केशव चंद भट्ट केशव, ਉਹਦੇ बड़े प्यारे बोल अक्सर बोले जाते हैं। चित चरण कमल का आसरा, चित चरण कमल संग जोड़िए, मन लोचे बुराइयां गुर शब्दी ए मन होड़िए, बांह जिन्हां दी पकड़ी है सिर तीजे बांह ना छोड़िए, गुरु तेग बहादुर बोलिया धर पे धर्म ना छोड़िए। एक बेनती और करा, कई बारी असी वेसलेपण दे विच असी अपनी सोच मुताबक कई बार सोच लेने ना, तो मैं सोचते हैं भी गुरु तेग बहादुर साहब जी के दरबार च गोबिंद राय जी बाहरों खेडते आए, माफ़ करना, जिस माँ ने इन्नी सिक्ख्या दी हो, जिस प्यो ने इन्नी सिक्ख्या दी हो, जिहदा चौगिरदा इहो जिहा होवे, साडे बच्चों वांगू आपां क्यों सोच लेने भी असी गुरुद्वारे के अंदर बैठे तो बच्चे बाहर खेडते हैं। नहीं प्यारिओ, गोबिंद राय जी हमेशा पिता जी के दरबार च बैठिया करते सन ते आए गए जगियासुआं दे सवाल सुनने विचारने सारा कुछ करते सन। हुण किरपा राम की गवाही विच आए हुए 16 ब्राह्मणों का एक जथा खलोता है ते बेनती किरपा राम कर रहे हैं। एक पल फिर बेनती करा। हालांकि भट्ट बईयां दे विचों मैं तुहाडे नाल जिक्र किया भाई किरपा राम दत्त बेटा अड़ू जी का,
पोता नरैण दास का, ये सारा जिक्र किया मैं तुहानू हुणे। हुण याद रखियो जे ये किरपा राम कौन है, इत्थे दे बजुर्गों का नाम भी आ चुका होया। जदों गुरु नानक साहब जी कश्मीर की धरती ते गए सन तां उस वेले ब्रह्मदास दे नाल एक लम्मी विचार हुई सी। 13 दिन मटन इस अस्थान दे उत्ते, मटनिक अस्थान का नाम है, उत्थे अजकल गुरु घर बनया होया। ते उत्थे 13 दिन चर्चा हुई सी ते 13वें दिन गुरु नानक साहब सच्चे पातशाह जी महाराज ने आशा की वार दा बचन सुनाया सी। पड़ पड़ गड्डी लदी है, पड़ पड़ भरीए साथ, पड़ पड़ बेड़ी पाई है, पड़ पड़ कढ़ीए खात, पढ़िए जेते बरस बरस, पढ़िए जेते मास, पढ़िए जेती आरजा, पढ़िए जेते साथ, नानक लेखै एक गल होर हौमे चखना चाक। इन्नी पढ़ी विद्या नूं एक शब्द ने धो के रख दिता। ब्रह्मदास धन है, उन्हें गुरु नानक साहब की सिੱਖੀ धारण कर ली सी। उस वेले दा बहुत बड़ा स्कॉलर सी और उन्हें सिੱਖੀ धारण ही नहीं की। ते इस ढंग की सिੱਖੀ प्रचारी ਉਹਦਾ अपना पुत नरैण दास सिख बनया। अगे उन्हें भी इस ढंग की सिੱਖੀ प्रचारी, ਉਹਦਾ अपना पुत भाई अड़ू सिख बनया। भाई अड़ू ने भी ਇਹੋ ਜਿਹੀਆਂ ਸਿੱਖਿਆਵਾਂ ਦਿੱਤੀਆਂ। ਉਹਦਾ पुत अज किरपा राम गुरु का सिख बन के उन्हें ब्रह्मणा का आगू बन के गुरु तेग बहादुर साहब जी के दर ते आनंदपुर साहब खलोता है। इतिहास के वचन कहना चाहना, दुखिए विपर चल के आए पुरी आनंद, बांह साडी पकड़ी है श्री हरगोबिंद के चंद। उस वेले ये विचार हुई। मैं विचों गल थोड़ी जी भुल गया सा, हुण फिर दोबारा बेनती करते हैं। उस वेले गुरु तेग बहादुर साहब जी ने अपने दरबार च बैठे, जिथे बाकी दरबारियों नाल गल कीती, उत्थे अपने पुत्र गोबिंद राय नाल भी गल कीती। हुण सानू की करना चाहिए? विचार के गल हुई, क्योंकि ये पूर्णे गुरु अर्जन पातशाह दे वेले पाए हुए ने। प्रथमे मता जे पत्री चलाबो, द्वितीय मता दो मानक पहुँचाबो, तृतीय मता किश करो उपाया। ये मते होए संगत विच, विचारां होईयां संगत विच, तो इत्थे भी विचार हुई संगत विच पूर्ण तौर पर। तो गोबिंद राय ने बचन आख्या सी, कहन लगे पिता जी गुरु घर का एक असूल है। जदों कोई आके कहंदा ना, अब हम चली ठाकुर पे हार, जब हम शरण प्रभु की आई, राख प्रभु पावे मार। साडा पिछोकड़ की कहंदा है, इन्हां दा पिछोकड़ की कहंदा है, वो दो ही गल्लां साडे बराबर कोल ने। साडा पिछोकड़ ये कहंदा भी जदों इन्हां ने गुरु हरगोबिंद साहब का लड़ पकड़ लिया सी ना, ते गुरु हरगोबिंद साहब ने इन्हां नूं ग्वालियर के किले चों कढ़ दिता सी। साडा पिछोकड़ ये कहंदा, इन्हां दा पिछोकड़ ये कहंदा भी जदों इन्हां दे कोल कुछ भी नहीं सी, ये गुरु घर का लड़ पकड़ लेंदे ने। ते गुरु घर का पकड़िया होया लड़ इन्हां नूं कदे निराश नहीं करता। पिता जी अज भी अपने विरसे की पहचान करो, तुसी करो किरपा, बख्शिश करो। अज भी तुसी रहमत करो, अपने विरसे की पहचान करके इस गल नूं समझ के विचार के ते अज अपना फर्ज बनता है। जो शरण आवे तिस कंठ लावे, ये बिरध स्वामी संदा। जो शरण आउंदा है, जो आके एक बारी कहंदा बड़े मान नाल, हम अब गुण परे एक गुण नाही, अमृत छाड़ बिखै बिखाही, माया मोह परम पै भूले, सुत धारा स्यों प्रीत लगाई। एक उत्तम पंथ सुनियो गुर संगत, तेहे मिलंत जम त्रास मिटाई। एक अरदास पाठ कीरत की, गुरु रामदास रखो शरणाई। शरणाई दी लाज रखो। समुची विचार करके गोबिंद राय जी के बोलों विचों ये पहचान के भी अगलेरी जिम्मेवारी चुकन दे एक काबल हो गए ने। सोच विचार करके ये फैसला किया गया, जाओ औरंगजेब नूं सुनेहा भेज दिओ, एक एक पत्ता तोड़न दे नाल कदे दरख्त नहीं सुकदे हुंदे। जे तू सानू मुसलमान बनाउणा चाहुंदा है तो गुरु तेग बहादुर साहब नूं मुसलमान बना लै। जे वो मुसलमान बन गए, असीं सारे तुहाडे पिछे मुसलमान बन जांगे।
ਹੁਣ ਉਹ ਤੁਰੇ ਨੇ ਇਹ ਗੱਲ ਸੁਨੇਹਾ ਦੇਣ ਵਾਸਤੇ। ਇੱਕ ਬੇਨਤੀ ਮੈਂ ਇੱਥੇ ਜ਼ਰੂਰੀ ਕਰਨੀ ਚਾਹੁੰਦਾ ਆਪਣੀ ਕੌਮ ਲਈ, ਹੱਥ ਜੋੜ ਕੇ ਅਰਜ਼ ਕਰਨਾ ਚਾਹੁੰਦਾ। ਸਮੁੱਚੇ ਹਾਲਾਤਾਂ ਦਾ ਭਾਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਤਾ ਹੈ, ਆਪਣੇ ਪਰਿਵਾਰ ਨੂੰ ਛੱਡ ਕੇ ਪਟਨਾ ਸਾਹਿਬ ਦੀ ਧਰਤੀ ਤੇ ਅਨੰਦਪੁਰ ਸਾਹਿਬ ਆਏ ਨੇ, ਸਾਰੀਆਂ ਗੱਲਾਂ ਦਾ ਭਾਵੇਂ ਪਤਾ ਹੈ, ਪਰ ਆਪਣੇ ਆਪ ਜਾ ਕੇ ਨਹੀਂ ਕਸ਼ਮੀਰੀਆਂ ਨੂੰ ਕਿਹਾ ਵੀ ਅਸੀਂ ਤੁਹਾਡੀ ਮਦਦ ਕਰਦੇ ਨਹੀਂ। ਉਹ ਚੱਲ ਕੇ ਆਏ ਤੇ ਬਾਂਹ ਪਕੜ ਲਈ। ਹੁਣ ਦੇਖੋ ਤੁਸੀਂ, ਉਹਨਾਂ ਨੇ ਆ ਕੇ ਬੇਨਤੀ ਕੀਤੀ, ਹਾਲਾਤਾਂ ਤਾਂ ਸਾਰਿਆਂ ਦਾ ਪਤਾ ਹੈ, ਪਰ ਆ ਕੇ ਬੇਨਤੀ ਕੀਤੀ, ਗੁਰੂ ਘਰ ਨੇ ਉਹਨਾਂ ਦੀ ਮਦਦ ਕੀਤੀ। ਗਵਾਲੀਅਰ ਦੇ ਕਿਲ੍ਹੇ ਵਿੱਚ ਉਹਨਾਂ ਨੇ ਬੇਨਤੀ ਕੀਤੀ, ਗੁਰੂ ਸਾਹਿਬ ਨੇ ਉਹਨਾਂ ਦੀ ਮਦਦ ਕੀਤੀ। ਅੱਜ ਵੀ ਸਾਨੂੰ ਇੱਕ ਗੱਲ ਸਿੱਖ ਲੈਣੀ ਚਾਹੀਦੀ ਹੈ, ਦੁਨੀਆ ਵਿੱਚ ਕਹਿਰ ਵਰਤਦੇ ਇਹ ਕੁਦਰਤ ਦਾ ਨਿਯਮ ਹੈ, ਇਹ ਚੱਲਦਾ ਹੀ ਰਹਿਣਾ ਹੈ। ਤੇ ਸਿੱਖ ਨੂੰ ਇੱਕ ਅਕਾਲ ਪੁਰਖ ਦੀ ਫੌਜ ਦਾ ਸਿਪਾਹੀ ਬਣਾਇਆ, ਇਹਨੂੰ ਉਹਨਾਂ ਦੀ ਮਦਦ ਲਈ ਜਾਣਾ ਵੀ ਪੈਣਾ। ਪਰ ਪਿਆਰਿਓ, ਮੈਂ ਇੱਕ ਬੇਨਤੀ ਕਰਾਂ, ਕੋਸ਼ਿਸ਼ ਕਰੀਏ ਆਪਾਂ ਇਹ ਗੱਲ ਨੂੰ ਵੀ ਦੇਖਣ ਦੀ ਵੀ ਜਦੋਂ ਕੋਈ ਆ ਕੇ ਸਾਨੂੰ ਕਵੇ ਤੇ ਉਦੋਂ ਜਾਣ ਦੀ ਲੋੜ ਹੈ, ਸਾਨੂੰ ਜਾ ਕੇ ਉੱਥੇ ਪਹੁੰਚ ਕੇ ਮਦਦ ਕਰਨੀ ਚਾਹੀਦੀ ਹੈ। ਪਰ ਅਸੀਂ ਜਦੋਂ ਆਪ ਹੀ ਚਲੇ ਜਾਂਦੇ ਹਾਂ ਨਾ, ਤੇ ਸਾਡੀ ਕਦਰ ਕੀਮਤ ਵੀ ਕੋਈ ਨਹੀਂ ਕਰਦਾ। ਇਸ ਲਈ ਅੱਜ ਇਹ ਗੱਲ ਬੜੀ ਜ਼ਰੂਰੀ ਹੈ, ਜਿੱਥੇ ਵੀ ਦੁਨੀਆ 'ਚ ਕਹਿਰ ਵਰਤੇ ਜਾਵੋ, ਸਾਡਾ ਜਾਣਾ ਫਰਜ਼ ਬਣਦਾ ਹੈ। ਪਰ ਉਸ ਵੇਲੇ ਕਿਸੇ ਨਾ ਕਿਸੇ ਸਰਕਾਰ ਦੀ, ਕਿਸੇ ਨਾ ਕਿਸੇ ਨੁਮਾਇੰਦੇ ਦੀ ਕੋਈ ਚਿੱਠੀ ਪੱਤਰ ਸਾਡੇ ਕੋਲ ਹੋਵੇ ਤਾਂ ਕਿ ਅਸੀਂ ਮਦਦ ਕਰੀਏ, ਤੇ ਸਾਡੇ ਲਈ ਵੀ ਇਹ ਜ਼ਰੂਰੀ ਹੈ। ਦੋਵੇਂ ਪੱਖ, ਹੁਣ ਜਿਵੇਂ ਉਹਨਾਂ ਨੇ ਆ ਕੇ ਬੇਨਤੀ ਕੀਤੀ ਹੈ ਨਾ, ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਨਾਲ ਖਲੋ ਗਏ ਨੇ। ਪਰ ਯਾਦ ਰੱਖਿਓ, ਹਾਲਾਤਾਂ ਦੇ ਬਾਵਜੂਦ, ਪਤਾ ਹੋਣ ਦੇ ਬਾਵਜੂਦ ਵੀ ਆਪ ਜਾ ਕੇ ਗੱਲ ਨਹੀਂ ਕਰੀ। ਮਦਦ ਲੈਣ ਆਏ ਹੋ, ਗੁਰੂ ਘਰ ਦਾ ਨਿਯਮ ਹੈ, ਤੇ ਦਿਲ ਖੋਲ ਕੇ ਮਦਦ ਹੋਏਗੀ। ਪਰ ਅਹਿਮੀਅਤ ਦਾ ਪਤਾ ਤੇ ਹੋਵੇ ਨਾ। ਇਤਿਹਾਸ ਵਿੱਚੋਂ ਬਹੁਤ ਕੁਝ ਸਿੱਖਣ ਵਾਲਾ ਹੁੰਦਾ ਹੈ। ਅੱਜ ਆਪਾਂ ਉਸ ਪੰਜਾਬ ਦੀ ਧਰਤੀ ਤੇ ਵਸਦੇ ਲੋਕ, ਉੱਥੋਂ ਦੇ ਲੋਕਾਂ ਦਾ ਵੀ ਦੁੱਖ ਦਰਦ ਪਛਾਣੀਏ, ਜਿਹੜੇ ਅੱਜ ਪਹਿਲਾਂ ਹੀ ਗੁਰੂ ਨਾਨਕ ਦੀ ਗੋਦ ਵਿੱਚ ਬੈਠੇ ਨੇ, ਉਸ ਬੁੱਕਲ ਵਿੱਚ ਬੈਠੇ ਨੇ ਤੇ ਪੁਕਾਰ ਰਹੇ ਨੇ ਵੀ ਸਾਡੀ ਕੋਈ ਮਦਦ ਕਰੋ। ਖੈਰ, ਇੱਕ ਵੱਖਰਾ ਪੱਖ ਹੈ। ਮੈਂ ਬੇਨਤੀ ਕਰਨ ਲੱਗਾ ਸਾਂ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਧਰਤੀ ਸਿੱਖਾ, ਉਹ ਧਰਤੀ ਹੈ, ਲੋਕਾਂ ਦੇ ਦਰਬਾਰ ਲੱਗਦੇ ਨੇ, ਲੋਕਾਂ ਦੀਆਂ ਧਰਤੀਆਂ ਬਣਦੀਆਂ ਨੇ, ਨਗਰ ਬਣਦੇ ਨੇ, ਜਿੱਥੇ ਕਿਸੇ ਨੂੰ ਉਜਾੜਨ ਦੇ ਮਤੇ ਪਾਸ ਹੁੰਦੇ ਨੇ। ਮਾਣ ਕਰੋ ਸਿੱਖਾ ਜਿੱਥੋਂ ਦਾ ਤੂੰ ਵਾਸੀ ਹੈ, ਉਸ ਧਰਤੀ ਤੇ ਮਤੇ ਪਾਸ ਹੁੰਦੇ ਨੇ। ਕਿਸੇ ਦੀ ਜਾਨ ਤੇ ਕਿਸੇ ਦੇ ਧਰਮ ਨੂੰ ਬਚਾਉਣਾ ਕਿਵੇਂ। ਅਗਲੀ ਵਿਚਾਰ ਆਉਣ ਵਾਲੇ ਸਮੇਂ 'ਚ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਮੰਗਣਾ। ਅਦਬ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।